करते पंजाब अजमा बाबे दिर बाबे अजमा KCGC TV ਦਾ डायरैक्टर और साडे एजुकेशन कॉलेज दे विचों टीचर भी आ। बहुत नौजवान है साडा, बड़ी क्षमता रखदा। ओदी पोएट्री दी किताब रिलीज की जानी है। अजमल डॉक्टर अजयपाल सिंह ढिल्लों होरां दी पुस्तक, उन्होंने बेनती है कि वो स्टेज ते आ जाण। किरती दे दाने अजमल बुजुर्ग सियाणे अजमल हाँ किरती दे दाने अजमल बुजुर्ग सियाणे अजमल। डॉक्टर अजयपाल सिंह जी ढिल्लों बहुत बहुत मुबारक, क्योंकि कहण दी गल्लां बड़ियां सौखियां होंदियां ने, पुस्तक लिखनी बहुत औखी होंदी है। और उस पुस्तक दी पढ़न वाले दे विच रुचि होनी, वो पुस्तक हरमन प्यारी होनी, वो उस तो भी वड्डी गल है। मेरा अजीज, मेरा बेटा वर्गा डॉक्टर अजयपाल सिंह नूं बड़ा पोएट्री का शौक है। इन्हें भी ढिल्लों है और पिंड दी सारी लुहार उहदे विच लिखी है किताबां बारे, सॉरी फुल्लां बारे, रंगां बारे। उन्हें भी पोएट्री की किताब रिलीज हुई है। मैं शाबाश देना विद्वान जिहड़े ने इन्हां दे नाल बच्चों नूं पढ़ के बहुत वड्डा हलाशेरी भी मिलेगी। और आदमी की उम्र तो खत्म हो जाती है, लेकिन उहदियां किताबां जिंदा रहिंदियां ने। किताब लिखण वाले वास्ते एक बहुत वड्डी माण दी गल है कि चाहे कोई प्रोफैसर इत्थे बैठे ने, मैं समझदा हर प्रोफैसर नूं कोई ना कोई किताब, चाहे अपने किसी होर रुचि ते लिखो, लेकिन किताब एक ऐसी चीज है, बंदे दा जीवन खत्म हो जाता लेकिन किताब जिहड़ी है वो सदा वास्ते उहदी रहिंदी है। और किते ना किते उस किताब का पता नहीं कितनी जनरेशन तो बाद बड़ा वड्डा मुल भी पैंदा। सो मैं अज के समागम से सिंह साहब का इतने आने से मैं ज्यादा नहीं बोलना, कई बार कोई टॉपिक ले लीए तो बहुत बोलिया जाता। मैं सिंह साहब का इतने आने से कोटानकोट धन्यवाद भी करता और अपनी मैनेजमेंट वालों उन्होंने बहुत शुक्रिया भी अदा करता है। बेबे दा साग अजमल गरारी दा राग अजमल लगी चोला के अजमल बगीचा ते बाग अजमल। ਅੱਜ ਹੋਏਗੀ ਅਜਮਲ ਦੀ ਗੱਲ। 127 ਪੰਨਿਆਂ ਦੀ ਕਿਤਾਬ ਤੇ 71 ਕਵਿਤਾਵਾਂ ਡਾਕਟਰ ਅਜੇਪਾਲ ਸਿੰਘ ਦੇ ਨਾਲ ਖਾਲਸਾ ਕਾਲਜ ਦੇ ਵਿਹੜੇ 'ਚ ਅੱਜ ਬਹੁਤ ਨਿੱਘੀਆਂ ਗੱਲਾਂ ਹੋਣਗੀਆਂ। ਤੇ ਦੋਸਤੋ ਤੁਸੀਂ ਪਿਆਰ ਬਖਸ਼ਣਾ, ਸਤਿਕਾਰ ਬਖਸ਼ਣਾ ਤੇ ਇਹ ਕਿਤਾਬ ਜਿਹੜੀ ਆ ਅਜਮਲ, ਇਹਨੂੰ ਜ਼ਰੂਰ ਪਿਆਰ ਦੇਣਾ। ਧੰਨਵਾਦ। ਗੂਗਲੀ ਐਂਟਰਟੇਨਮੈਂਟ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਰੂਬਰੂ ਬੜੀ ਪਿਆਰੀ ਸ਼ਖਸੀਅਤ ਕਰਨ ਜਾ ਰਹੇ ਹਾਂ। ਡਾਕਟਰ ਅਜੇਪਾਲ ਸਿੰਘ ਜੀ ਬਿਲਕੁਲ ਮੇਰੇ ਨਾਲ ਬੈਠੇ ਨੇ। ਡਾਕਟਰ ਅਜੇਪਾਲ ਸਿੰਘ ਜੀ ਦੀ ਹਾਲ ਹੀ ਵਿੱਚ ਇੱਕ ਬੜੀ ਪਿਆਰੀ ਪੁਸਤਕ ਜਿਹੜੀ ਆ ਉਹ ਰਿਲੀਜ਼ ਹੋਈ ਆ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ਦੇ ਦੌਰਾਨ। ਮਾਣਯੋਗ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜਿਹੜੀ ਪੁਸਤਕ ਰਿਲੀਜ਼ ਕੀਤੀ ਸੀਗੀ। ਉਹਨਾਂ ਨਾਲ ਸਾਡੇ ਸ਼੍ਰੋਮਣੀ ਕਵੀ ਜਿਹੜੇ ਨੇ ਸਰਜੀਤ ਪਾਤਰ ਜੀ, ਉਹਨਾਂ ਵੱਲੋਂ ਵੀ ਇਸ ਪੁਸਤਕ ਨੂੰ ਜਿਹੜਾ ਵਾ ਆਸ਼ੀਰਵਾਦ ਪ੍ਰਾਪਤ ਆ। ਦੋਨਾਂ ਨੂੰ ਵੱਲੋਂ ਹੀ ਇਹ ਜਿਹੜੀ ਪੁਸਤਕ ਰਿਲੀਜ਼ ਕੀਤੀ ਗਈ ਸੀਗੀ ਅਤੇ ਹੰਗਾਰਾ ਵੀ ਬਹੁਤ ਸੋਹਣਾ ਮਿਲ ਰਿਹਾ ਪੁਸਤਕ ਨੂੰ। ਅਤੇ ਅੱਜ ਅਸੀਂ ਜਿਹੜੀ ਆ ਇਸ ਪੁਸਤਕ ਦੇ ਸੰਬੰਧੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਮਪੁਰਾ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਡਾਕਟਰ ਸਾਹਿਬ ਜੇ ਪੁਸਤਕ ਦੇ ਨਾਂ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਨਾਂ ਹੀ ਬੜਾ ਪਿਆਰਾ ਅਜਮਲ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੇ? ਕਈ ਪਾਠਕਾਂ ਨੂੰ ਇਹ ਵੀ ਹੋਏਗਾ ਕਿ ਅਜਮਲ ਨਾਂ ਕਿਉਂ ਰੱਖਿਆ? ਸਭ ਤੋਂ ਪਹਿਲਾਂ ਰਾਮਪੁਰਾ ਸਾਹਿਬ ਬਹੁਤ ਤੁਹਾਡਾ ਧੰਨਵਾਦ, ਤੁਸੀਂ ਮੇਰੇ ਨਾਲ ਰੂਬਰੂ ਸਰੋਤੇ ਕਰਾ ਰਹੇ ਹੋ। ਤੁਸੀਂ ਗੱਲ ਕੀਤੀ ਰਾਮਪੁਰਾ ਸਾਹਿਬ ਅਜਮਲ ਦੀ ਕਿ ਅਜਮਲ ਨਾਮ ਕਿਉਂ ਰੱਖਿਆ। ਜਦੋਂ ਇਹ ਕਿਤਾਬ ਰਾਮਪੁਰਾ ਸਾਹਿਬ ਲਿਖੀ ਗਈ, ਕਵਿਤਾਵਾਂ ਲਿਖੀਆਂ ਗਈਆਂ ਅਤੇ ਉਹ ਸਾਰੀਆਂ ਕਵਿਤਾਵਾਂ ਇਕੱਠੀਆਂ ਕਰਕੇ ਅਤੇ ਫਿਰ ਉਹਦੇ ਵਿੱਚੋਂ ਜਿਹੜੀ ਇੱਕ ਝਲਕ ਨਜ਼ਰ ਆਉਂਦੀ ਸੀਗੀ, ਉਹ ਝਲਕ ਨੂੰ ਸਾਹਮਣੇ ਰੱਖ ਕੇ ਇਹ ਨਾਮ ਜਿਹੜਾ ਅਜਮਲ
ਜਿਸ ਦਾ ਅਰਥ ਆ ਬਹੁਤ ਸੋਹਣਾ, ਇਹ ਨਾਮ ਅਜਮਲ ਸਾਹਮਣੇ ਆਇਆ। ਪਹਿਲਾਂ ਇਸ ਕਿਤਾਬ ਦਾ ਥੋੜ੍ਹਾ ਸਮਾਂ ਪਹਿਲਾਂ ਰਾਮਪੁਰਾ ਸਾਹਿਬ ਜਦੋਂ ਇਹ ਕਿਤਾਬ ਲਿਖੀ ਜਾ ਰਹੀ ਸੀ, ਕਵਿਤਾਵਾਂ ਐਡ ਹੁੰਦੀਆਂ ਗਈਆਂ, ਉਦੋਂ ਇਹਦਾ ਨਾਮ ਰੱਖਿਆ ਸੀਗਾ ਸੂਖਮ ਅਹਿਸਾਸ। ਸੂਖਮ ਅਹਿਸਾਸ। ਸੂਖਮ ਅਹਿਸਾਸ। ਫਿਰ ਉਹਦੇ ਵਿੱਚ ਹੋਰ ਰੰਗ ਜਦੋਂ ਭਰਦੇ ਗਏ ਤੇ ਫਿਰ ਸੂਖਮ ਅਹਿਸਾਸ ਤੋਂ ਅਖੀਰ ਤੇ ਇਹ ਨਾਮ ਜਿਹੜਾ ਵਾ ਅਜਮਲ ਇਸ ਕਿਤਾਬ ਨੂੰ ਦਿੱਤਾ ਗਿਆ। ਅਜਮਲ ਦਾ ਅਰਥ ਹੈ ਬਹੁਤ ਸੋਹਣਾ। ਬਹੁਤ ਸੋਹਣਾ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਬੜੀ ਕਿਤਾਬ ਹੀ ਬੜੀ ਖੂਬਸੂਰਤ ਆ, ਔਰ ਜਿਹੜੀ ਡਿਜ਼ਾਈਨ ਤੇ ਹੋਈ ਬਹੁਤ ਵਧੀਆ ਵਾ। ਮੈਂ ਤੁਹਾਨੂੰ ਵਿਖਾ ਵੀ ਦਿੰਦਾ ਵਾਂ। ਆ ਦੇਖੋ ਅਜਮਲ, ਜਿੱਥੇ ਨਾਂ ਦਾ ਅਰਥ ਹੀ ਜਿਹੜਾ ਵਾ ਉਹ ਖੂਬਸੂਰਤ ਆ, ਉੱਥੇ ਕਵਿਤਾਵਾਂ ਦੇ ਵਿੱਚ ਜਿਹੜੀਆਂ ਉਹ ਖੂਬਸੂਰਤ ਹੋਣਗੀਆਂ ਹੀ। ਮੈਂ ਆਪ ਇਹਨਾਂ ਸਾਰੀਆਂ ਕਵਿਤਾਵਾਂ ਨੂੰ ਵਾਚਿਆ ਵਾ, ਬਹੁਤ ਸੋਹਣੀਆਂ ਤੇ ਪਿਆਰੀਆਂ ਕਵਿਤਾਵਾਂ ਵਾ। ਇਹਨਾਂ ਕਵਿਤਾਵਾਂ ਦੇ ਆਧਾਰ ਦੇ ਉੱਤੇ ਹੀ ਜਿਹੜਾ ਵਾ ਡਾਕਟਰ ਸਾਹਿਬ ਨਾਲ ਅਗਲੀਆਂ ਜਿਹੜੀਆਂ ਗੱਲਾਂ ਵਾ ਉਹ ਹੋਣਗੀਆਂ। ਤੇ ਤੁਸੀਂ ਸਾਰੇ ਜਣੇ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਾ ਵਾ। ਕਾਫੀ ਗੱਲਾਂ ਜਿਹੜੀਆਂ ਵਾ ਉਹ ਤੁਹਾਡੇ ਸਾਹਮਣੇ ਆਉਣਗੀਆਂ। ਡਾਕਟਰ ਸਾਹਿਬ 127 ਕਵਿਤਾਵਾਂ ਦੀ ਸਿਰਜਣਾ ਕੀਤੀ ਆ ਤੁਸੀਂ। ਜ਼ਿਆਦਾ ਕਿਹੜੇ ਵਿਸ਼ੇ ਦੇ ਉੱਤੇ ਤੁਸੀਂ ਕੰਮ ਜਿਹੜਾ ਵਾ ਉਹ ਕੀਤਾ? ਹਾਂਜੀ, ਇਹ 127 ਕਵਿਤਾਵਾਂ ਨਹੀਂ ਆ, 127 ਰਾਮਪੁਰਾ ਸਾਹਿਬ ਪੰਨੇ ਨੇ ਆ ਪੰਨੇ, ਤੇ ਤਕਰੀਬਨ ਕੋਈ 71 ਕੁ ਕਵਿਤਾਵਾਂ ਨੇ। ਇਹ ਮੈਂ ਚੁਣੇ ਨਹੀਂ ਸੀਗੇ ਵਿਸ਼ੇ, ਜਿੱਦਾਂ ਸਬੱਬ ਤੇ ਮਾਹੌਲ ਬਣਦਾ ਗਿਆ ਉੱਦਾਂ ਹੀ ਕਵਿਤਾਵਾਂ ਜਿਹੜੀਆਂ ਉਹ ਲਿਖੀਆਂ ਗਈਆਂ। ਸਮਾਂ ਜਿਹੜੀ ਚੀਜ਼ ਨੂੰ ਵੀ ਅੰਦਰ ਟੁੰਬਦਾ ਰਿਹਾ ਉਹ ਲਿਖਤਾਂ ਬਾਹਰ ਆਉਂਦੀਆਂ ਗਈਆਂ। ਵਿਸ਼ਿਆਂ ਦੇ ਵਿੱਚ ਕੁਛ ਕੁ ਰੂਹਾਨੀਅਤ ਦੇ ਵਿਸ਼ੇ ਆ, ਜਿੱਦਾਂ ਉਸ ਪਰਮਾਤਮਾ ਪਰਵਰਦਿਗਾਰ ਪ੍ਰਭੂ ਉਸ ਖੁਦਾ ਦੀ ਰਹਿਮਤ ਹੋਈ, ਉੱਦਾਂ ਹੀ ਉਹ ਕਲਮ ਜ਼ਰੀਏ ਬਾਹਰ ਆਇਆ। ਇੱਕ ਇਹਦੇ 'ਚ ਕਵਿਤਾ ਵਾ, ਨਾਨਕ ਤੇਰੇ ਅੰਦਰ ਵਸਦਾ ਸੁਣਿਓ ਕੀ ਕਹਿੰਦਾ, ਕਿਹੜੀ ਦੌੜ 'ਚ ਭਟਕਰਿਆ ਕਿਉਂ ਨਹੀਂ ਟਿਕ ਕੇ ਬਹਿੰਦਾ, ਮੈਂ ਤੋਂ ਮੈਂ ਮਕਾਵਣ ਲੱਗਾ, ਮੈਂ ਤੋਂ ਤੂੰ ਤੇ ਆਵਣ ਲੱਗਾ, ਤੂੰ ਤੋਂ ਮੈਂ ਹੈ ਮੋਈ, ਬਸ ਤੇਰੇ ਦਰ ਦੀ ਢੋਈ। ਵਾਹ। ਇੱਦਾਂ ਸਬੱਬ ਬਣਦਾ ਗਿਆ। ਰਬਾਬ ਕਵਿਤਾ ਇਹਦੇ ਵਿੱਚ ਆ, ਤੂੰ ਹੀ ਖੁਸ਼ੀਆਂ ਭਰੀਆਂ, ਤੂੰ ਹੀ ਭਰੇ ਨੇ ਚਾਹ, ਤੂੰ ਹੀ ਹੱਡ ਮਾਸ ਬਣਾਇਆ, ਵਿੱਚ ਬਿਠਾਇਆ ਖੁਦਾ, ਮੈਂ ਤਾਂ ਤੇਰੀ ਰਬਾਬ ਹਾਂ, ਜਿੱਦਾਂ ਮਰਜ਼ੀ ਵਜਾ, ਮੈਂ ਤਾਂ ਤੇਰੀ ਰਬਾਬ ਹਾਂ। ਇੱਕ ਅੰਮ੍ਰਿਤਸਰ ਕਵਿਤਾ ਵਿੱਚ ਹੈ ਆ, ਅੰਮ੍ਰਿਤਸਰ ਦੇ ਨਾਂ ਤੇ, ਉਹਦੇ ਬਾਰੇ ਵੀ। ਅੰਮ੍ਰਿਤਸਰ ਧਰਤੀ ਮੈਨੂੰ ਲੱਗਦਾ ਮੇਰਾ ਬਚਪਨ ਹੈ, ਪਿੰਡ ਸਾਡਾ ਇੱਥੋਂ 26 ਕਿਲੋਮੀਟਰ ਦੀ ਦੂਰੀ 'ਤੇ ਸੀਗਾ, ਅਤੇ ਮੈਂ ਮਾਪਿਆਂ ਦੇ ਨਾਲ ਉਦੋਂ ਅੰਮ੍ਰਿਤਸਰ ਆਉਂਦਾ ਸੀਗਾ। ਫਿਰ ਕੁਛ ਸਮੇਂ ਬਾਅਦ ਅਸੀਂ ਅੰਮ੍ਰਿਤਸਰ ਹੀ ਵਸ ਗਏ। ਅੰਮ੍ਰਿਤਸਰ ਦੀ ਧਰਤੀ ਤੇ ਬੜੀ ਬਖਸ਼ਿਸ਼ ਆ, ਗੁਰੂ ਸਾਹਿਬਾਨਾਂ ਦੀ ਬੜੀ ਜ਼ਿਆਦਾ ਚਰਨ ਛੋਹ ਧਰਤੀ ਆ। ਹਰਿਮੰਦਰ ਸਾਹਿਬ ਇੱਥੇ ਨੇ ਸੁਸ਼ੋਭਿਤ, ਔਰ ਮੈਨੂੰ ਮਹਿਸੂਸ ਹੁੰਦਾ ਸੀਗਾ ਕਿ ਲੱਖਾਂ ਲੋਕ ਉਹਦੇ ਚਰਨ ਵੀ ਇੱਥੇ ਪੈਂਦੇ ਨੇ, ਚਾਹੇ ਉਹ ਸੈਲਾਨੀਆਂ ਦੇ ਤੌਰ 'ਤੇ ਲੈ ਲਈਏ, ਚਾਹੇ ਉਹ ਆਸਥਾ ਦੇ ਲੈ ਲਈਏ, ਜਾਂ ਉਹ ਵਿਜ਼ਿਟ ਕਰਨ ਆਉਂਦੇ ਸੀ, ਅਤੇ ਮੈਨੂੰ ਕਿਤੇ ਨਾ ਕਿਤੇ ਟੁੰਬਦਾ ਸੀਗਾ ਉਹ। ਫਿਰ ਉਹ ਅੰਮ੍ਰਿਤਸਰ ਦਾ ਜ਼ਿਕਰ ਵਿੱਚ ਨਾ ਹੋਵੇ, ਅੰਮ੍ਰਿਤ ਸਰੋਵਰ ਦਾ ਜ਼ਿਕਰ ਮੈਨੂੰ ਲੱਗਦਾ ਸੀ। ਫਿਰ ਅਕਾਲ ਤਖਤ ਸਾਹਿਬ, ਅਕਾਲ ਰਿਹਾ, ਔਰ ਅੱਜ ਵੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਧਰਤੀ ਬਹੁਤ ਪਵਿੱਤਰ ਆ। ਸ਼ਾਇਦ ਮੈਨੂੰ ਬੜੀ ਬਖਸ਼ਿਸ਼ ਆ ਉਸ ਗੁਰੂ ਸਾਹਿਬਾਨ ਦੀ ਕਿ ਮੈਨੂੰ ਇਸ ਧਰਤੀ 'ਤੇ ਰਹਿਣ ਦਾ ਮੌਕਾ ਉਸ ਗੁਰੂ ਸਾਹਿਬ ਨੇ ਬਖਸ਼ਿਆ। ਇਹਦੇ ਨਾਲ ਹੀ ਮੈਂ ਗੱਲ ਕਰਾਂ ਤੇ ਇੱਕ ਧੀਆਂ ਕਵਿਤਾ ਵੀ ਵਿੱਚ ਹੈ ਆ। ਧੀਆਂ ਦਾ ਮਾਣ ਸਤਿਕਾਰ ਬਹੁਤ ਜ਼ਰੂਰੀ ਆ, ਕਿਉਂਕਿ ਇਹ ਤੁਸੀਂ ਇੱਕ ਸੁਨੇਹਾ ਜਿਹੜਾ ਵਾ ਉਹ ਸੁਨੇਹੇ ਦੇ ਰੂਪ ਦੇ ਵਿੱਚ ਇਹਨੂੰ ਪ੍ਰਗਟ ਕੀਤਾ ਵਾ। ਦੋ ਗੱਲਾਂ ਇਹਦੇ 'ਤੇ ਵੀ। ਧੀਆਂ ਮੈਨੂੰ ਲੱਗਦਾ ਕਿ ਸਾਡੇ ਰਿਸ਼ਤੇ, ਸਾਡੀ ਮਾਂ, ਸਾਡੀ ਭੈਣ ਤੇ ਧੀਆਂ, ਮਾਂ ਤੋਂ ਜਾਇਆ ਸਾਰਾ ਕੁਛ ਹੀ ਆ। ਜਿੰਨੇ ਅੱਜ ਪੁਰਾਣੀ ਸਾਰਾ ਕੁਛ ਸਿਰਜਿਆ ਗਿਆ, ਦੇਸ਼ ਵਿਦੇਸ਼ਾਂ 'ਚ ਅਸੀਂ ਬਹੁਤ ਤਰੱਕੀਆਂ ਮੰਨ ਰਹੇ ਹਾਂ, ਪਰ ਇੱਕ ਜ਼ਰੀਆ ਬਣਿਆ, ਉਸ ਪਰਮਾਤਮਾ ਨੇ ਸਾਨੂੰ ਧਰਤ 'ਤੇ ਭੇਜਿਆ ਤੇ ਧਰਤ 'ਤੇ ਅਸੀਂ ਆਏ, ਪਰ ਇੱਕ ਜ਼ਰੀਆ ਬਣਿਆ ਮਾਂ।
ਇਦਾਂ ਹੀ ਭੈਣਾ, ਇਦਾਂ ਹੀ ਤੁਸੀਂ ਜ਼ਿਕਰ ਕੀਤਾ ਧੀਆਂ ਦਾ। ਧੀਆਂ ਮੈਨੂੰ ਲੱਗਦਾ ਕਿ ਉਹ ਬਖਸ਼ਿਸ਼ ਆ ਸਾਡੇ ਤੇ, ਉਸ ਖੁਦਾ ਦੀ, ਉਸ ਪਰਵਰਦਿਗਾਰ ਦੀ ਰਹਿਮਤ ਆ ਕਿ ਜਿੰਨਾ ਸਤਿਕਾਰ ਧੀਆਂ ਦਾ ਵੱਧ ਕੀਤਾ ਜਾਵੇ ਉਨਾ ਹੀ ਥੋੜਾ ਵਾ। ਬਿਲਕੁਲ ਇਹ ਖੁਦ ਧੀ ਨਾ ਹੀ ਇੱਕ ਦੁਆ ਵਾ। ਬਿਲਕੁਲ ਸਹੀ। ਜੇ ਦੂਜੇ ਅਰਥਾਂ 'ਚ ਆਪਾਂ ਗੱਲ ਕਰ ਲਈਏ ਕਿ ਧੀ, ਮੈਨੂੰ ਲੱਗਦਾ ਕਿ ਇੱਕ ਧੀਆਂ ਤੇ ਲਿਖਣਾ ਮੇਰੇ ਲਈ ਖੁਦ ਇੱਕ ਦੁਆ ਵਾ। ਬਿਲਕੁਲ ਸਹੀ ਹੈ। 127 ਪੰਨਿਆਂ ਦੀ ਜਿਹੜੀ ਹੈ ਸਿਰਜਣਾ ਤੇ ਵੱਖ-ਵੱਖ ਕਵਿਤਾਵਾਂ, ਇਹ ਬੜੀ ਕੁਦਰਤ ਦੀ ਮਿਹਰ ਹੋਵੇ ਤੇ ਫਿਰ ਕਿਤੇ ਕਲਮ ਇਹ ਚੀਜ਼ਾਂ ਸਿਰਜਦੀ ਆ। ਤੁਹਾਡੇ ਤੇ ਇਹ ਜਿਹੜੀ ਮਿਹਰ ਆ, ਇਹ ਕਿਹੜੇ ਸੰਨ ਦੇ ਵਿੱਚ ਜਿਹੜੀ ਹੋਈ ਸੀ, ਜਾਂ ਕਦੋਂ ਤੋਂ ਜਿਹੜੀ ਆ ਇਹ ਕਲਮ ਦੇ ਵਿੱਚ ਜਿਹੜੀਆਂ ਕਵਿਤਾਵਾਂ ਆਈਆਂ ਤੇ ਉਹ ਮੁੜ ਕੇ ਉਹਨਾਂ ਨੇ ਰੂਪ ਲਿਆ? ਇਹ ਮਿਹਰ ਜਾਂ ਬਖਸ਼ਿਸ਼ ਮੈਨੂੰ ਤਾਂ ਅਜੇ ਵੀ ਨਹੀਂ ਲੱਗਦਾ। ਮੈਨੂੰ ਲੱਗਦਾ ਮੈਂ ਅਜੇ ਬਹੁਤ ਅਧੂਰਾ ਵਾਂ, ਬਹੁਤ ਸਿੱਖ ਰਿਹਾ ਵਾਂ, ਔਰ ਅਗੇਰੇ ਵੀ ਅਧੂਰਾ ਹੀ ਰਹਿਣਾ, ਸਿੱਖਣ ਦੀ ਕੋਸ਼ਿਸ਼ ਕਰਦੇ ਰਹਿਣਾ। ਪਰ ਜਿਹੜੀ ਬਖਸ਼ਿਸ਼ ਦੀ ਗੱਲ ਤੁਸੀਂ ਕੀਤੀ ਆ, ਜਦੋਂ ਬਚਪਨ 'ਚ ਸੀਗੇ ਨਾ, ਉਦੋਂ ਕਈ ਵਲਵਲੇ ਅੰਦਰ ਸਾਹਾਂ ਦੇ ਨਾਲ ਚੱਲਦੇ ਰਹਿਣੇ, ਪਰ ਉਹਨਾਂ ਨੂੰ ਸ਼ਬਦ ਨਹੀਂ ਸੀ ਦਿੱਤੇ ਜਾ ਰਹੇ। ਪਰ ਮੈਨੂੰ ਲੱਗਦਾ ਕਿ ਇਹ ਜਦੋਂ ਮੈਂ ਉਹਨਾਂ ਨੂੰ ਸ਼ਬਦ ਨਹੀਂ ਸੀ ਦੇ ਪਾਉਂਦਾ, ਪਰ ਫਿਰ ਵੀ ਮੇਰੇ ਅੰਦਰ ਇੱਕ ਵਿਚਾਰਾਂ ਦੀ ਸਾਂਝ ਸਾਹਾਂ ਦੇ ਨਾਲ ਚੱਲਦੀ ਸੀ। ਤੇ ਜੇ ਮੈਂ ਕਹਿ ਲਾਂ ਕਿ ਇਹ ਪਰਮਾਤਮਾ ਦੀ ਬਖਸ਼ਿਸ਼ ਭਾਵੇਂ ਕਲਮ ਰਾਹੀਂ ਬਾਅਦ 'ਚ ਆਈ, ਪਰ ਇੱਕ ਵਿਚਾਰਾਂ ਦੀ ਸਾਂਝ ਅਕਸਰ ਹੀ ਚੱਲਦੀ ਰਹਿਣੀ। ਜੇ ਪ੍ਰਕਿਰਤੀ ਨੂੰ ਵੇਖਣਾ ਤੇ ਉਹ ਬੜੀ ਸੋਹਣੀ ਲੱਗਣੀ, ਜੇ ਗੁਰੂ ਦੀਆਂ ਰਹਿਮਤਾਂ ਨੂੰ ਵੇਖਣਾ ਤੇ ਉਹ ਆਸ਼-ਆਸ਼ ਹੋ ਜਾਣਾ, ਜੇ ਪਰਿਵਾਰ ਦਾ ਸਤਿਕਾਰ ਵੇਖਣਾ ਜਾਂ ਸਮਾਜ ਦਾ, ਤੇ ਮੈਨੂੰ ਲੱਗਣਾ ਕਿ ਮੈਨੂੰ ਜਿੰਨੀ ਗੁਰੂ ਸਾਹਿਬ ਨੇ ਰਹਿਮਤ ਬਖਸ਼ੀ ਆ, ਮੈਂ ਤੇ ਬਹੁਤ ਅਧੂਰਾ ਵਾਂ। ਔਰ ਇਹ ਸਾਰੀ ਉਸ ਪਰਮਾਤਮਾ ਦੀ ਬਖਸ਼ਿਸ਼ ਆ ਕਿ ਹੁਣ ਵੀ ਸ਼ਬਦ ਵੀ ਇਹਦੇ ਵਿੱਚ ਮੈਂ ਲਿਖਿਆ ਵੀ ਸੀਗਾ, ਅਜਮਲ ਦੀ ਸਟਾਰਟਿੰਗ ਤੇ ਲਿਖਿਆ ਸੀਗਾ ਕਿ ਮੇਰੇ ਤੇ ਪੰਜਾਬੀ ਮਾਂ ਬੋਲੀ ਦੀ ਬਖਸ਼ਿਸ਼ ਹੋਈ, ਉਹਨੇ ਤਰਸ ਦੇ ਆਧਾਰ ਤੇ ਮੇਰੇ ਤੋਂ 4 ਸ਼ਬਦਾਂ ਦਾ ਜੋੜ ਮੇਲਾ ਕਰਾਇਆ। ਸੋ ਇਹ ਪੰਜਾਬੀ ਮਾਂ ਬੋਲੀ ਨੇ ਮੇਰੇ ਤੇ ਤਰਸ ਕਰਕੇ ਮੇਰੇ ਤੋਂ ਲਿਖਾ ਲਿਆ। ਬਾਕੀ ਮੈਨੂੰ ਤਾਂ ਨਹੀਂ ਲੱਗਦਾ ਕਿ ਕੁਛ ਇਦਾਂ ਦਾ ਮੇਰੇ 'ਚ ਲਿਖਣ ਵਾਲੀ ਕੋਈ ਗੱਲ ਹੈਗੀ ਸੀ। ਮੇਰਾ ਸਵਾਲ ਫਿਰ ਉੱਥੇ ਹੀ ਆ ਕਿ ਕਿਹੜੇ ਸੰਨ ਤੋਂ ਇਹ ਜਿਹੜਾ ਵਾ ਕਵਿਤਾਵਾਂ ਜਿਹੜੀਆਂ ਨੇ ਉਹ ਬਾਹਰ ਆਈਆਂ, ਮੇਰਾ ਕਦੋਂ ਤੋਂ ਸਿਰਜਣੀਆਂ ਸ਼ੁਰੂ ਕੀਤੀਆਂ? ਜਿਹੜਾ ਲਿਖ ਕੇ ਸ਼ਬਦਾਂ ਰਾਹੀਂ ਬਾਹਰ ਆਈਆਂ, ਮੈਂ ਉਦੋਂ ਬਾਬੇ ਬੁੱਢੇ ਕਾਲਜ ਪੜ੍ਹਦਾ ਸੀਗਾ, +2 ਕੀਤੀ ਬਾਬਾ ਬੁੱਢਾ ਕਾਲਜ ਤੋਂ। ਉਦੋਂ ਥੋੜਾ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ। ਤੇ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਤਾਲੀਮ ਲੈਣ ਲਈ ਆਇਆ ਤੇ ਸਾਥੀਆਂ ਦੇ ਨਾਲ ਰਲ ਕੇ ਬਹਿਣਾ, ਕੁਝ ਹਲਕਾ ਫੁਲਕਾ ਉਦੋਂ ਵੀ ਸ਼ੁਰੂ ਕਰ ਦਿੱਤਾ, ਕੁਝ ਸ਼ਬਦਾਂ ਵੀ ਰਿਹਾ ਅਤੇ ਕੁਝ ਉਸ ਮਹਿਫਲ ਦਾ ਹੀ ਹਿੱਸਾ ਰਹਿ ਗਿਆ ਜਿਹੜਾ ਛਪਾਇਆ ਨਹੀਂ। ਸੋ ਮੈਂ ਕਹਿ ਸਕਦਾ ਕਿ ਮੈਂ ਉਦੋਂ +2 ਕਲਾਸ ਦੇ ਵਿੱਚ ਜਦੋਂ ਪੜ੍ਹਦਾ ਸੀਗਾ, ਉਦੋਂ ਥੋੜਾ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ, ਪਰ ਛਪਾਇਆ ਮੈਂ ਥੋੜਾ ਬਹੁਤ ਆਣ ਕੇ ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਆ ਗਿਆ, ਉਦੋਂ ਛਪਾਇਆ। ਇਹ ਪੰਜਾਬੀ ਅਧਿਐਨ ਸਕੂਲ ਦੇ ਵਿੱਚ ਤੁਸੀਂ ਜਿਹੜਾ ਕਿਹੜੇ ਉਸਤਾਦ ਸੀਗੇ ਉਦੋਂ ਤੁਹਾਡੇ? ਉਸਤਾਦ ਮੈਂ ਤਾਂ ਅੱਜ ਤੱਕ ਜਿੰਨਿਆਂ ਨੇ ਮੈਨੂੰ ਤਾਲੀਮ ਦਿੱਤੀ ਆ ਉਹ ਸਾਰੇ ਹੀ ਉਸਤਾਦ ਨੇ। ਮੇਰੀ ਮਾਂ ਉਸਤਾਦ ਆ ਜਿਹਨੇ ਮੈਨੂੰ ਜਨਮ ਦਿੱਤਾ, ਮੇਰਾ ਬਾਪ ਜਿਨ੍ਹਾਂ ਨੇ ਮੈਨੂੰ ਚੱਲਣਾ ਸਿਖਾਇਆ, ਗੁਰੂ ਮਹਾਰਾਜ ਨੇ ਦਸਤਾਰ ਦਿੱਤੀ। ਸੋ ਮੈਨੂੰ ਲੱਗਦਾ ਕਿ ਮੈਂ ਅੱਜ ਵੀ ਮੇਰੇ ਬਹੁਤ ਉਸਤਾਦ ਨੇ ਜਿਨ੍ਹਾਂ ਦੇ ਕੋਲੋਂ ਮੈਂ ਸਿੱਖਦਾ ਰਹਿੰਦਾ ਇਹਨਾਂ ਸ਼ਬਦਾਂ ਨੂੰ, ਜ਼ਿੰਦਗੀ 'ਚ ਵਿਚਰਨ ਦੇ ਤਰੀਕੇ ਨੂੰ। ਇਕੱਲਾ ਕਵਿਤਾਵਾਂ ਨਹੀਂ, ਮੈਨੂੰ ਲੱਗਦਾ ਕਿ ਇੱਕ ਸਮਾਜ ਦੇ ਵਿੱਚ ਵਿਚਰਨਾ ਅੱਜ ਵੀ ਮੈਨੂੰ ਬਹੁਤ ਲੋਕ ਸਿਖਾ ਰਹੇ ਆ ਤੇ ਮੈਨੂੰ ਉਹ ਵੀ ਉਸਤਾਦ ਹੀ ਲੱਗਦੇ ਆ। ਤੇ ਕਵਿਤਾਵਾਂ ਦੇ ਵਿੱਚ ਵੀ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਵੀ ਜਿੰਨੇ ਮੇਰੇ ਅਧਿਆਪਕ ਸੀ ਉਹ ਵੀ ਉਸਤਾਦ ਸੀਗੇ, ਜਿੰਨੇ ਬਾਬਾ ਬੁੱਢਾ ਕਾਲਜ ਤੋਂ ਸੀਗੇ। ਜੇ ਅਧਿਆਪਕ, ਮੈਨੂੰ ਲੱਗਦਾ ਕਿ ਇਹ ਉਹ ਹਸਤੀ ਆ ਕਿ ਜਦੋਂ ਤੁਸੀਂ ਤਾਲੀਮ ਲੈਣ ਲਈ ਬੈਠਦੇ ਹੋ, ਤੁਹਾਡੇ ਅੰਦਰ ਦਾ ਉਹ ਦੀਵਾ ਜਗਾਉਣ ਲਈ ਸਾਹਮਣੇ ਖੜ੍ਹਦੇ ਆ, ਤੇ ਉਹ ਸਾਰੇ ਉਸਤਾਦ ਨੇ ਮੇਰੇ। ਉਸਤਾਦ ਸਾਰੇ ਹੀ ਹੁੰਦੇ ਆ, ਇਹਦੇ 'ਚ ਕੋਈ ਅਤਕਥਨੀ ਨਹੀਂ, ਪਰ ਕੁਝ ਉਸਤਾਦ ਉਹ ਹੁੰਦੇ ਆ ਜਿਹੜੇ ਅੱਖ ਦੀ ਰਮਜ ਪਛਾਣਦੇ ਆ, ਜਿਹੜੇ ਅੱਖਰਾਂ ਦੀ ਰਮਜ ਪਛਾਣਦੇ ਆ, ਉਹ ਮੁੜ ਕੇ ਹੱਲਾਸ਼ੇਰੀ ਦਿੰਦੇ ਆ ਕਿ ਚੱਲ ਯੋਧਾ ਬਣ। ਕੋਈ ਇਹੋ ਜਿਹਾ ਉਸਤਾਦ? ਇਹੋ ਜਿਹਾ ਉਸਤਾਦ ਜੇ ਤਾਂ ਤੁਸੀਂ ਕੋਈ ਸਹੀ ਮਾਇਨਿਆਂ 'ਚ ਪੁੱਛਦੇ ਹੋ ਦੁਨਿਆਵੀ ਦੇ ਵਿੱਚੋਂ, ਤਾਂ ਮੈਨੂੰ ਤਾਂ ਜ਼ਿਆਦਾ ਹੱਲਾਸ਼ੇਰੀ ਲਿਖਤਾਂ ਤੋਂ ਮਿਲੀ ਆ।
ਮੈਨੂੰ ਕਿਤਾਬਾਂ ਪੜ੍ਹ ਕੇ ਮਿਲੀ ਹੈ। ਜਦੋਂ ਮੈਂ ਕਿਤਾਬਾਂ ਪੜ੍ਹਦਾ ਸੀਗਾ ਔਰ ਮੈਨੂੰ ਅਜੇ ਵੀ ਲੱਗਦਾ ਵਾ ਕਿ ਮੈਂ ਬਹੁਤ ਅਜੇ ਤਾਂ ਮੈਨੂੰ ਨਹੀਂ ਲੱਗਦਾ ਕਿ ਸ਼ੁਰੂਆਤ ਹੋਈ ਆ। ਮੈਨੂੰ ਲੱਗਦਾ ਕਿ ਅਜੇ ਬਹੁਤ ਜ਼ਖੀਰਾ ਸ਼ਬਦਾਂ ਦਾ ਅੰਦਰ ਸੁੱਟਣ ਵਾਲਾ ਵਾ। ਸਾਡੇ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ ਕਿ ਪੁੱਤ ਜਦੋਂ ਅਸੀਂ ਦੁੱਧ ਰਿੜਕਦੇ ਆ ਨਾ ਤੇ ਕਾਫੀ ਦੁੱਧ ਪਾਈਦਾ ਤੇ ਫਿਰ ਇੰਨਾ ਕੁ ਮੱਖਣ ਆਉਂਦਾ ਤੇ ਬਾਕੀ ਲੱਸੀ ਬਣ ਜਾਂਦੀ ਆ। ਤੇ ਇਹ ਸ਼ਬਦਾਂ ਦਾ ਜ਼ਖੀਰਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਜੇ ਅੰਦਰ ਸੁੱਟ ਕੇ ਰਿੜਕ ਕੇ ਸ਼ਬਦ ਬਾਹਰ ਕੱਢਣ ਦੀ ਬਹੁਤ ਜ਼ਿਆਦਾ ਲੋੜ ਆ। ਸੋ ਮੇਰੀਆਂ ਤਾਂ ਕਿਤਾਬਾਂ ਹੀ ਉਸਤਾਦ ਰਹੀਆਂ। ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਅਜਮਲ ਤੋਂ ਇਲਾਵਾ ਕੁਝ ਹੋਰ ਕਿਤਾਬਾਂ ਜੇ ਤੁਸੀਂ ਲਿਖੀਆਂ ਨੇ ਤੇ ਉਹਨਾਂ ਦਾ ਜ਼ਿਕਰ ਜ਼ਰੂਰ। ਅਜਮਲ ਤੋਂ ਇਲਾਵਾ ਮੈਂ ਪਹਿਲਾਂ ਜਦੋਂ ਪੜ੍ਹਦਾ ਸੀਗਾ ਉਦੋਂ BA ਆਨਰਸ ਦੇ ਵਿੱਚ ਜਾਂ MA ਆਨਰਸ ਦੇ ਵਿੱਚ ਤੇ ਸ਼ੁਰੂਆਤੀ ਦੌਰ ਤੇ ਇੱਕ ਕਿਤਾਬ ਪਹਿਲੀ ਆਈ ਸੀ ਆਗਮਨ। ਉਸ ਤੋਂ ਬਾਅਦ ਉਡੀਕਾਂ ਆਈ ਸੀਗੀ। ਉਸ ਤੋਂ ਬਾਅਦ ਸਾਡੇ ਪਿੰਡ ਤੋਂ ਹੀ ਬ੍ਰਹਮ ਗਿਆਨੀ ਸੰਤ ਬਾਬਾ ਹੀਰਾ ਦਾਸ ਜੀ ਹੋਏ ਆ, ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਸੀਗੇ। ਮਹਾਰਾਜਾ ਰਣਜੀਤ ਸਿੰਘ ਆਣ ਕੇ ਉੱਥੇ ਰੁਕਦੇ ਸੀਗੇ ਔਰ ਫਿਰ ਅਫਗਾਨ ਨੂੰ ਜਾਂਦੇ ਸੀ। ਉਹਨਾਂ ਨੇ ਖੁਸ਼ ਹੋ ਕੇ ਉਹਨਾਂ ਦੇ ਨਾਮ ਤੇ ਕਾਫੀ ਜ਼ਮੀਨ ਵੀ ਲਾਈ। ਇੱਕ ਉੱਥੇ 12 ਦਰੀ ਵੀ ਬਣੀ ਆ, ਪੁਰਾਣਾ ਨਿੱਕੀ ਇੱਟ ਦਾ ਤਲਾਬ ਵੀ ਬਣਿਆ, ਜਿਹੜਾ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ। ਉਹਨਾਂ ਦੀ ਜੀਵਨੀ ਲਿਖੀ ਸੀਗੀ ਜਦੋਂ ਪੜ੍ਹਦੇ ਸੀ। ਉਸ ਤੋਂ ਬਾਅਦ ਲੰਮਾ ਅਰਸਾ 2007 ਤੋਂ ਬਾਅਦ ਥੋੜ੍ਹਾ ਜਿਹਾ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਉਤਰਾਅ ਚੜ੍ਹਾਅ ਦਾ ਸਾਹਮਣਾ ਕਰਦੇ ਹੋਏ ਤੇ ਇਹ ਸਾਹਾਂ ਦੇ ਨਾਲ ਸ਼ਬਦ ਚੱਲਦੇ ਸੀ ਪਰ ਕਲਮਨਾ ਨਹੀਂ ਸੀ ਪਰੋਏ। 2019 ਦੇ ਵਿੱਚ ਫਿਰ ਜਦੋਂ ਸ਼ੁਰੂ ਮਨ ਦੇ ਵਿੱਚ ਆਇਆ ਕਿ ਹੁਣ ਲਿਖੀਏ ਕੁਛ ਤੇ ਕੁਝ ਸਰੋਤਿਆਂ ਦੇ ਸਾਹਮਣੇ ਆਈਏ ਤੇ ਸਰੋਤਿਆਂ ਦਾ ਆਸ਼ੀਰਵਾਦ ਲਈਏ। ਡਾਕਟਰ ਅਜੇਪਾਲ ਜੀ, ਜਿਹੜਾ ਤੁਹਾਡਾ ਮੁੱਢਲਾ ਪਿੰਡ ਆ ਜਾਂ ਜਿਹੜਾ ਤੁਹਾਡਾ ਜਨਮ ਆ ਜਿੱਥੋਂ ਦਾ, ਉੱਥੋਂ ਦੇ ਜਿਹੜਾ ਆਪਣਾ ਨਾਂ, ਪਿੰਡ ਦਾ ਨਾਂ ਜਿਹੜਾ ਵਾ ਉਹ ਜ਼ਰੂਰ ਜ਼ਿਕਰ ਕਰੋ ਕਿ ਕਿਹੜੇ ਪਿੰਡ ਤੋਂ ਆ। ਆਪਾਂ ਅਜੇ ਉਸ ਤਰੀਕੇ ਨਾਲ ਚੱਲ ਰਹੇ ਆ ਕਿ ਸਾਹਮਣੇ ਨਹੀਂ ਆਇਆ। ਮੇਰਾ ਪਿੰਡ ਗੰਡੀਵਿੰਡ ਆ ਜੀ, ਇੱਥੋਂ ਕੋਈ 26 ਕਿਲੋਮੀਟਰ ਦੀ ਦੂਰੀ ਤੇ ਔਰ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੀ ਧੂੜ ਆ ਉਹ ਪਿੰਡ। ਉਹਨਾਂ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ। ਤਰਨ ਤਾਰਨ ਤੋਂ ਵਾਘਾ ਵਾਡੇ ਟਾਰੀ ਰੋਡ ਤੇ ਮੇਰਾ ਪਿੰਡ ਆ। ਜ਼ਮੀਨ ਉੱਥੇ ਆ, ਕਿਸਾਨੀ ਮੈਂ ਉੱਥੇ ਕਰਦਾ ਰਿਹਾ ਜੀ। ਤੇ ਉਸ ਪਿੰਡ ਦਾ ਆਸ਼ੀਰਵਾਦ ਵੀ ਮੇਰੇ ਤੇ ਬਹੁਤ ਜ਼ਿਆਦਾ ਵਾ, ਵੱਡਿਆਂ ਦਾ, ਬਜ਼ੁਰਗਾਂ ਦਾ ਅੱਜ ਵੀ ਹੈਗਾ ਔਰ ਅੱਗੇ ਚੱਲਣ ਨੂੰ ਹਮੇਸ਼ਾ ਪ੍ਰੇਰਿਤ ਵੀ ਕਰਦੇ ਨੇ। ਜਿਸ ਤਰ੍ਹਾਂ ਆਪਾਂ ਲਾਈਏ ਕਿ ਪਿੱਛੇ ਨੂੰ ਜੇ ਝਾਤ ਮਾਰੀਏ ਤੇ ਪਰਿਵਾਰਕ ਜਿਹੜਾ ਮਾਹੌਲ ਸੀਗਾ, ਤੁਹਾਨੂੰ ਸ਼ੁਰੂ ਤੋਂ ਹੀ ਪੜ੍ਹਿਆ ਲਿਖਿਆ ਵਾਲਾ ਪਰਿਵਾਰ ਮਿਲਿਆ ਜਾਂ ਕਿਸਾਨੀ ਪਰਿਵਾਰ ਜਿਹੜਾ ਸੀ, ਕਿਸਾਨੀ ਪਰਿਵਾਰ ਚੋਂ ਉੱਠ ਕੇ ਅੱਗੇ ਆਏ ਹੋ? ਮੈਨੂੰ ਕਿਸਾਨੀ ਮਾਹੌਲ, ਮੇਰੇ ਦਾਦਾ ਜੀ ਕਿਸਾਨ ਸੀ, ਪੜਦਾਦਾ ਜੀ ਕਿਸਾਨ ਸੀ। ਮੇਰੇ ਪਿਤਾ ਜੀ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਸੀਗੇ ਪਰ ਕਿਸਾਨੀ ਸਾਡੇ ਘਰ ਦਾ ਮੁੱਖ ਕਿੱਤਾ ਵਾ। ਮੈਂ ਵੀ 11-12 ਸਾਲ ਕਿਸਾਨੀ ਕੀਤੀ ਤੇ ਅੱਜ ਵੀ ਅੰਦਰ ਦਾ ਕਿਸਾਨ ਅੰਦਰ ਹੀ ਆ। ਕਿਸਾਨ ਜ਼ਿੰਦਗੀ ਭਰ ਰਹਿਣਾ ਵਾ। ਉਸ ਮਿੱਟੀ ਨਾਲ ਮੇਰਾ ਮੋਹ ਆ। ਉਸ ਮੈਨੂੰ ਜਦੋਂ ਉੱਗਦਾ ਬੀਜ ਬੜਾ ਸੋਹਣਾ ਲੱਗਦਾ। ਮੈਨੂੰ ਲੱਗਦਾ ਕਿ ਧਰਤੀ 'ਚੋਂ ਕੁਛ ਪੁੰਗਰ ਰਿਹਾ, ਕੁਛ ਉੱਗ ਰਿਹਾ ਵਾ, ਕੁਛ ਨਵੀਂ ਸਿਰਜਣਾ ਹੋ ਰਹੀ ਆ। ਮੈਂ ਜਿੰਨਾ ਚਿਰ ਪਿੰਡ ਹੁੰਦਾ ਸੀਗਾ ਔਰ ਪਿੰਡ ਜ਼ਿਆਦਾ ਸਮਾਂ ਮੇਰੇ ਖੇਤਾਂ 'ਚ ਹੀ ਨਿਕਲਦਾ ਸੀ, ਉੱਥੇ ਬੈਠ ਕੇ ਮੈਂ ਕਵਿਤਾਵਾਂ ਵੀ ਲਿਖਦਾ ਰਿਹਾ ਖੇਤਾਂ 'ਚ ਬੈਠ ਕੇ। ਖੇਤਾਂ ਤੇ ਜਦੋਂ ਇਹ ਕਿਤਾਬ ਜਿਹੜੀ ਆ ਅਜਮਲ ਜਿਹੜੀ ਆ, ਤੁਸੀਂ ਸਾਰਾ ਕੁਝ ਛਪਾਈ ਹੋ ਗਈ, ਸਾਰੇ ਕਵਰ ਵਗੈਰਾ A to Z ਸਾਰਾ ਕੰਮ ਹੋ ਗਿਆ, 127 ਪੰਨੇ ਕੰਪਲੀਟ ਹੋ ਗਏ ਤੇ ਆਪਣੀ ਮਾਂ ਨੂੰ, ਮੈਂ ਆਪਣੀ ਮਾਂ ਨੂੰ ਕਿਹਾ ਮੇਰੇ ਵਾਸਤੇ ਸਤਿਕਾਰਯੋਗ ਦਿਓ। ਮਾਤਾ ਜੀ, ਹਾਂ, ਆਪਣੇ ਮਾਤਾ ਜੀ ਨੂੰ ਕੋਈ ਕਵਿਤਾ ਚੋਂ ਸੁਣਾਈ, ਕੋਈ ਕਵਿਤਾ? ਮਾਤਾ ਜੀ ਨੂੰ ਸੁਣਾਈ ਕਵਿਤਾ? ਮਾਤਾ ਜੀ ਤਾਂ ਉਦੋਂ ਹੀ ਇਹਦੇ ਵਿੱਚ ਮਾਂ ਅਸੀਸ ਹੁੰਦੀ ਹੈ, ਮਾਂ ਦੁਆ ਹੁੰਦੀ ਹੈ। ਮਾਂ ਨਹੀਂ ਹੁੰਦੀ, ਮਾਂ ਧਰਤ ਤੋਂ ਅੰਬਰ ਦਾ ਫੈਲਾਅ ਹੁੰਦੀ ਹੈ। ਮੈਨੂੰ ਤਾਂ ਲੱਗਦਾ ਮੇਰੀ ਮਾਂ, ਮੇਰੀ ਧਰਤੀ ਤੋਂ ਲੈ ਕੇ ਅੰਬਰ ਤੱਕ ਦਾ ਮੇਰਾ ਜਿੰਨਾ ਵੀ ਫੈਲਾਅ ਵਾ ਮੇਰੀ ਮਾਂ ਵਾ। ਬਹੁਤ ਕਵਿਤਾਵਾਂ ਮੈਂ ਮਾਂ ਦੀ ਬੁੱਕਲ 'ਚ ਬੈਠ ਕੇ ਲਿਖੀਆਂ ਔਰ ਮੈਂ ਜ਼ਰੀਆ, ਉਸ ਪਰਮਾਤਮਾ ਨੇ ਮੈਨੂੰ ਇਸ ਧਰਤੀ 'ਤੇ ਭੇਜਿਆ। ਮੇਰੀ ਮਾਤਾ ਜੀ ਉਹ ਜ਼ਰੀਆ ਬਣੇ। ਪਰ ਮੇਰੇ ਮਾਤਾ ਜੀ ਹਰ ਮੇਰੇ ਕਾਰਜ ਦੇ ਵਿੱਚ, ਇਕੱਲਾ ਕਵਿਤਾਵਾਂ ਨਹੀਂ, ਮੇਰਾ ਗ੍ਰਸਤੀ ਜੀਵਨ ਦੇ ਵਿੱਚ ਵੀ, ਸਮਾਜਿਕ
ਰੋਹ ਰੀਤਾਂ ਰਸਮਾਂ ਦੇ ਵਿੱਚ ਵੀ ਮੇਰੀ ਮਾਂ ਹਮੇਸ਼ਾ ਮੇਰੇ ਨਾਲ ਮੇਰੇ ਸਿਰ ਤੇ ਆਸ਼ੀਰਵਾਦ ਆ। ਔਰ ਇਹਨਾਂ ਕਵਿਤਾਵਾਂ ਦਾ ਵੀ ਮੈਂ ਤਾਂ ਕਿਤਾਬ ਹੀ ਪਤਾ ਨਹੀਂ ਉਹਨਾਂ ਨੂੰ ਕਿੰਨੀ ਵਾਰੀ ਸੁਣਾਤੀ ਹੋਣੀ ਹੈ, ਸਿਰਫ ਇਸ ਚੀਜ਼ ਸੋਚ ਕੇ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਕਿ ਮੈਨੂੰ ਹਮੇਸ਼ਾ ਔਰ ਜਿੰਨੇ ਮੈਨੂੰ ਲੱਗਦਾ ਕਿ ਮੇਰੀ ਆਉਣ ਵਾਲਾ ਸਮਾਂ ਜਾਂ ਮੇਰੇ ਕਾਰਜ ਆ ਉਹ ਵੀ ਸਾਰੇ ਉਹਨਾਂ ਦੇ ਚਰਨਾਂ ਦੀ ਧੂੜ ਆ। ਉਹਨਾਂ ਦਾ ਨਾਂ ਜ਼ਰੂਰ ਜ਼ਿਕਰ ਮੇਰੇ ਕਰੋ। ਮਾਤਾ ਜੀ ਦਾ ਨਾਮ ਲਖਵਿੰਦਰ ਕੌਰ ਆ। ਮੇਰੇ ਪਿਤਾ ਜੀ 2010 ਦੇ ਵਿੱਚ ਚੱਲ ਵਸੇ ਸੀਗੇ ਤੇ ਮੇਰੇ ਮਾਤਾ ਜੀ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਬੇਟੇ ਪਿਤਾ ਜੀ ਚੱਲ ਵਸਿਆ ਤੇ ਹੁਣ ਬਾਕੀ ਰਹਿੰਦਾ ਜੀਵਨ ਤੁਸੀਂ ਆਪਣੀ ਦਸਤਾਰ ਜਿਹੜੀ ਆ ਉਹ ਸਿਰ ਤੇ ਬੰਨ੍ਹ ਕੇ ਰੱਖਣੀ ਆ। ਮੈਂ ਪਹਿਲਾਂ ਨਹੀਂ ਸੀ ਦਸਤਾਰ ਸਜਾਉਂਦਾ, ਪਰ ਉਸ ਦਿਨ ਤੋਂ ਲੈ ਕੇ ਮੈਨੂੰ ਲੱਗਦਾ ਕਿ ਉਹਨਾਂ ਦਾ ਕਿਹਾ ਹਰ ਬਚਨ ਮੇਰੇ ਲਈ ਇੱਕ ਰੱਬੀ ਫਰਮਾਨ ਆ। ਤੇ ਅੱਜ ਵੀ ਉਹਨਾਂ ਦੀ ਅਸੀਸ, ਉਹਨਾਂ ਦਾ ਓਟ ਆਸਰਾ, ਉਹਨਾਂ ਦੀਆਂ ਦੁਆਵਾਂ, ਉਹਨਾਂ ਦਾ ਆਸ਼ੀਰਵਾਦ ਸੁਬਾਹ ਲੈ ਕੇ ਨਿਕਲਦਾ ਤੇ ਮੈਨੂੰ ਲੱਗਦਾ ਮੈਂ ਭਰਿਆ ਭਰਿਆ ਮਹਿਸੂਸ ਕਰਦਾ। ਇੱਕ ਕਵੀ ਹੋਣਾ, ਕਵਿਤਾਵਾਂ ਸਿਰਜਣਾ, ਇਹਦੇ ਵਾਸਤੇ ਬੜਾ ਨਾਜ਼ੁਕ ਜਿਹਾ ਦਿਲ ਚਾਹੀਦਾ ਤੇ ਨਾਜ਼ੁਕ ਦਿਲ ਦੇ ਨਾਲ ਨਾਲ ਪਰਿਵਾਰਕ ਮਾਹੌਲ ਵੀ ਜਿਹੜਾ ਵਾ ਉਹ ਵਧੀਆ ਚਾਹੀਦਾ। ਤੁਹਾਡੇ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਵਾਈਫ, ਤੁਹਾਡੇ ਪਤਨੀ, ਉਹਨਾਂ ਵੱਲੋਂ ਕਿਵੇਂ ਦਾ ਜਿਹੜਾ ਤੁਹਾਨੂੰ ਸਹਿਯੋਗ ਤੇ ਉਹਨਾਂ ਦਾ ਨਾਂ? ਵੇਖੋ ਜਿੱਦਾਂ ਸਾਨੂੰ ਗੁਰੂ ਸਾਹਿਬ ਇਹਦੇ ਵਿੱਚ ਕਾਫੀ ਵਾਰ ਜ਼ਿਕਰ ਨਾਨਕ ਸਾਹਿਬ ਦਾ ਹੁੰਦਾ, ਨਾਨਕ ਤੇਰੇ ਅੰਦਰ ਵਸਦਾ ਸੁਣਿਓ ਕੀ ਕਹਿੰਦਾ, ਜਾਂ ਮੈਂ ਤਾਂ ਤੇਰੀ ਰਬਾਬ ਹਾਂ ਉਹ 'ਚ ਵੀ ਨਾਨਕ, ਜਾਂ ਮੈਂ ਮੌਤ ਮਰਨ ਤੋਂ ਪਹਿਲਾਂ ਮਿਲ ਜਾ ਨਾਨਕ ਬੜਾ ਵਿਜੋਗ ਸਤਾਈ ਦਾ, ਜਾਂ ਹੋਰ ਵੀ। ਮੈਂ ਗੁਰੂ ਨਾਨਕ ਸਾਹਿਬ ਨੇ ਜਦੋਂ ਸਾਨੂੰ 3 ਗੱਲਾਂ ਕਹੀਆਂ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਤੇ ਕਿਰਤ ਮੇਰਾ ਪਹਿਲਾ ਆਧਾਰ ਸੀਗਾ। ਮੈਂ ਬੇਸਿਕਲੀ ਵਪਾਰ ਵੀ ਕਰਦਾ ਔਰ ਨਾਲ ਮੈਂ ਆਪਣੀ ਨੌਕਰੀ ਵੀ ਕਰਦਾ। ਸੋ ਮੇਰੇ ਪਤਨੀ ਪੂਨਮਪ੍ਰੀਤ ਉਹ ਵੀ ਨਾਲ ਮੇਰੇ ਸਾਥ ਨੌਕਰੀ 'ਚ ਵੀ ਦਿੰਦੇ ਆ। ਸੋ ਮੈਨੂੰ ਲੱਗਦਾ ਕਿ ਅਸੀਂ ਦੋਨਾਂ ਜਾਣਿਆਂ ਦਾ ਇੱਕ ਦੂਜੇ ਪ੍ਰਤੀ ਪੂਰਾ, ਕਿਤੇ ਨਾ ਕਿਤੇ ਮੈਨੂੰ ਲੋੜ ਪੈਂਦੀ ਹੈ ਤਾਂ ਮੈਂ ਅਗਵਾਈ ਕਰ ਲੈਂਦਾ, ਕਿਤੇ ਨਾ ਕਿਤੇ ਲੋੜ ਪੈਂਦੀ ਹੈ ਤਾਂ ਉਹ ਅਗਵਾਈ ਕਰ ਲੈਂਦੇ ਆ। ਕਵਿਤਾਵਾਂ ਦੇ ਵਿੱਚ ਇਦਾਂ ਦਾ ਮਾਹੌਲ ਵੀ ਬਣਿਆ ਰਿਹਾ ਕਿ ਜਿਹੜਾ ਇੱਕ ਕਵਿਤਾ ਸੀਗੀ ਸਕੂਨ ਸਕੂਨ ਸਕੂਨ, ਇੱਕ ਕਵਿਤਾ ਇਹਦੇ ਵਿੱਚ ਹੈ ਮਰੀਦ ਹਾਂ ਮਰੀਦ ਹਾਂ ਮਰੀਦ ਹਾਂ। ਸੋ ਮੈਨੂੰ ਲੱਗਦਾ ਮੈਂ ਕਈ ਵਾਰੀ ਉਸ ਸ਼ਖਸੀਅਤ 'ਤੇ ਵੀ ਕਲਮ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਇਹਦੇ ਵਿੱਚ ਵੀ ਨੇ ਕਵਿਤਾਵਾਂ। ਹੋਣਾ ਵੀ ਇੰਝ ਚਾਹੀਦਾ ਵਾ ਕਿਉਂਕਿ 2 ਪਹੀਏ ਹੁੰਦੇ ਨੇ ਇਹ ਜ਼ਿੰਦਗੀ ਦੇ ਤੇ ਇਹ ਰਲ ਕੇ ਜਿਹੜੇ ਉਹ ਚੱਲਣੇ ਚਾਹੀਦੇ ਆ। ਬੜਾ ਸੋਹਣਾ ਲੱਗ ਰਿਹਾ ਵਾ ਗੱਲਬਾਤ ਦਾ ਜਿਹੜਾ ਵਾ ਜ਼ਰੀਆ ਜਿਹੜਾ ਵਾ ਉਹ ਪਰਿਵਾਰਕ ਮਾਹੌਲ ਤੋਂ ਹੁੰਦਾ ਹੁਣ ਅਗਲੇ ਬੰਨੇ ਆਏਗਾ ਕਿ ਖਾਲਸਾ ਕਾਲਜ ਦੀ ਮੈਨੇਜਮੈਂਟ ਵੱਲੋਂ ਤੁਹਾਨੂੰ ਕਿੰਜ ਦਾ ਸਤਿਕਾਰ ਜਿਹੜਾ ਉਹ ਮਿਲਦਾ? ਖਾਲਸਾ ਕਾਲਜ ਦੀ ਮੈਨੇਜਮੈਂਟ, ਖਾਲਸਾ ਕਾਲਜ ਬਹੁਤ ਵੱਡਾ ਇੱਕ ਹਿੰਦੁਸਤਾਨ 'ਚ ਨਹੀਂ ਦੁਨੀਆ ਦੇ ਵਿੱਚ ਇੱਕ ਨਾਮ ਆ। ਸਿੱਖ ਸੰਸਥਾ, ਸਿੱਖਾਂ ਦਾ ਗਿਆਨ ਦਾ ਮੰਦਰ ਆ। ਜਿਹੜੀ ਮੇਰੇ ਲਈ ਉਸ ਸੰਸਥਾ ਦੇ ਵਿੱਚ ਇੱਕ ਸੇਵਾ ਕਰਨੀ, ਮੈਨੂੰ ਲੱਗਦਾ ਕਿ ਮੇਰੇ ਲਈ ਉਸ ਵੀ ਪਰਮਾਤਮਾ ਦੀ ਬਖਸ਼ਿਸ਼ ਆ। ਦੂਸਰਾ ਮੈਨੇਜਮੈਂਟ ਦੀ ਇੰਨਾ ਜ਼ਿਆਦਾ ਮੇਰੇ 'ਤੇ ਆਸ਼ੀਰਵਾਦ ਆ ਕਿ ਸਾਡੀ ਅਗਵਾਈ ਕਰ ਰਹੇ ਸਰਦਾਰ ਜਿੰਦਰ ਮੋਹਨ ਸਿੰਘ ਜੀ ਸ਼ੀਨਾ ਆਨਰੇਰੀ ਸੈਕਟਰੀ, ਸਰਦਾਰ ਸਤਿਆਜੀਤ ਸਿੰਘ ਜੀ ਸਾਡੇ ਪ੍ਰੈਜ਼ੀਡੈਂਟ ਪ੍ਰਧਾਨ ਨੇ ਜਿਹੜੇ ਹੈ ਨਾ, ਤੇ ਉਹਨਾਂ ਨੇ ਸਮੇਂ ਸਿਰ ਮੈਨੂੰ ਜਿਹੜੀਆਂ ਵੀ ਸੇਵਾਵਾਂ ਦਿੱਤੀਆਂ ਮੈਂ ਆਪਣੀ ਵੱਲੋਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਕਿਤੇ ਨਾ ਕਿਤੇ ਕੋਈ ਕਤਾਈ ਵੀ ਹੋ ਗਈ ਹੋਊ ਜਾਂ ਉਹਨਾਂ ਨੂੰ ਪੂਰਾ ਵੀ ਕੀਤਾ ਹੋਊ, ਪਰ ਅਕਸਰ ਹੀ ਮੈਨੂੰ ਆਸ਼ੀਰਵਾਦ ਮਿਲਿਆ ਔਰ ਮੈਨੂੰ ਆਸ ਵੀ ਆ ਕਿ ਉਸ ਆਸ਼ੀਰਵਾਦ ਸਦਕਾ ਇਸ ਕਲਮ ਨੂੰ ਹੋਰ ਬਲ ਮਿਲੂਗਾ। ਸਾਡੇ ਜਿੱਦਾਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ, ਜਿੱਦਣ ਪੁਸਤਕ ਇਹ ਰਿਲੀਜ਼ ਹੋਈ ਸੀਗੀ ਉਦੋਂ ਉਹਨਾਂ ਨੇ ਵੀ ਆਸ਼ੀਰਵਾਦ ਦਿੱਤਾ, ਆਨਰੇਰੀ ਸੈਕਟਰੀ ਸਾਹਿਬ ਨੇ ਵੀ ਦਿੱਤਾ ਔਰ ਸਾਡੀ ਸਿੱਖਾਂ ਦੀ ਸਿਰਮੌਰ ਕਹਿ ਦਈਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਉਹਨਾਂ ਨੇ ਆਸ਼ੀਰਵਾਦ ਦਿੱਤਾ। ਜੇ ਮੈਂ ਜ਼ਿਕਰ ਕਰ ਲਾਂ ਕਿ ਜਿੱਥੇ ਮੈਂ ਸੇਵਾ ਨਿਭਾ ਰਿਹਾ ਵਾਂ, ਖਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵਨਿਊ ਦੇ ਪਹਿਲੇ ਪ੍ਰਿੰਸੀਪਲ ਵੀ ਸੀਗੇ, ਉਹਨਾਂ ਵੀ ਬੜਾ ਆਸ਼ੀਰਵਾਦ ਦਿੱਤਾ। ਢਿੱਲੋਂ ਮੈਡਮ ਸੀਗੇ, ਹੁਣ ਜਿਹੜੇ ਅਗਵਾਈ ਕਰ ਰਹੇ ਆ ਡਾਕਟਰ ਮਨਦੀਪ ਕੌਰ, ਉਹਨਾਂ ਦਾ ਵੀ ਹਮੇਸ਼ਾ ਸਾਥ ਆ ਔਰ ਉਹ ਵੀ ਲਿਖਣ ਲਈ ਔਰ ਮਾਹੌਲ ਦੇਣ ਲਈ ਹਮੇਸ਼ਾ ਮੈਨੂੰ ਮੇਰੇ ਤੇ ਸਾਥ ਬਣਾਈ ਰੱਖਦੇ ਨੇ। ਡਾਕਟਰ ਅਜੇਪਾਲ ਜੀ, ਜਿਸ ਤਰ੍ਹਾਂ ਅਜਮਲ ਜਿਹੜੀ ਆ ਉਹ ਵਿਦਿਆਰਥੀ ਵਰਗ ਦੇ ਹੱਥ 'ਚ ਵੀ ਗਈ, ਆਮ ਪਾਠਕਾਂ ਦੇ ਹੱਥ 'ਚ ਵੀ ਗਈ, ਜਦੋਂ ਇਹ ਪੁਸਤਕ ਵਿਦਿਆਰਥੀ ਵਰਗ ਦੇ
ਹੱਥ 'ਚ ਜਾਂਦੀ ਆ ਜਾਂ ਆਮ ਪਾਠਕ ਦੇ ਹੱਥ 'ਚ ਜਾਂਦੀ ਆ ਤੇ ਫਿਰ ਉਹਦੀ ਬੈਕ ਆਉਂਦੀ ਆ ਰਿਵਿਊ, ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਕੋਈ ਵਿਦਿਆਰਥੀ ਵਰਗ ਨੇ ਇਹਦੇ 'ਤੇ ਕੋਈ ਗੱਲਬਾਤ ਦੱਸੀ ਕਿ ਸਰ ਵਧੀਆ ਲਿਖਿਆ ਜੇ ਜਾਂ ਇਹਦੇ 'ਚ ਇੰਝ ਹੋਣਾ ਚਾਹੀਦਾ ਸੀ ਕੁਛ ਉਹ ਚੀਜ਼ ਜਿਹੜੀ? ਵੇਖੋ ਜਿਹੜਾ ਵਿਦਿਆਰਥੀ ਵਰਗ ਆ, ਜਦੋਂ ਇਹ ਕਿਤਾਬ ਲਿਖੀ ਗਈ ਸੀਗੀ ਕੁਝ ਸ਼ਬਦ ਇਹਦੇ ਵਿੱਚ ਇਦਾਂ ਦੇ ਜਾ ਰਹੇ ਸੀ ਜਿਹੜੇ ਥੋੜ੍ਹੇ ਭਾਰੇ ਸੀਗੇ, ਅਤੇ ਮੈਨੂੰ ਉਦੋਂ ਮੈਂ ਇੱਕ ਚੀਜ਼ ਨੂੰ ਜ਼ਰੂਰ ਸਾਹਮਣੇ ਰੱਖਿਆ ਸੀਗਾ ਕਿ ਇਕੱਲਾ ਇਸ ਕਿਤਾਬ ਨੂੰ ਪੰਜਾਬੀ ਵਾਲੇ ਤਾਂ ਪੜ੍ਹਨ ਹੀ ਪੜ੍ਹਨ, ਉਹ ਵੀ ਬੱਚੇ ਪੜ੍ਹਨ ਜਿਹੜਾ ਕੋਈ ਕੈਮਿਸਟਰੀ ਦੀ ਕਰ ਰਿਹਾ ਜਾਂ ਕੋਈ ਫਿਜ਼ਿਕਸ ਬਾਇਓ ਮੈਥ, ਸੋ ਉਹਨਾਂ ਸ਼ਬਦਾਂ ਨੂੰ ਵਿੱਚੋਂ ਕੱਢ ਕੇ ਤੇ ਥੋੜ੍ਹੇ ਉਹ ਸਰਲ ਸ਼ਬਦ ਪਾਏ ਗਏ ਕਿ ਜਿਹੜੇ ਉਹਨਾਂ ਦੀ ਸਮਝ ਬੂਝ 'ਚ ਆ ਜਾਣ। ਹੁਣ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਉਹਨਾਂ ਦਾ ਰਿਵਿਊ ਕੀ ਆ ਰਿਹਾ, ਉਹਨਾਂ ਦਾ ਜੇ ਮੈਂ ਕਹਿ ਲਾਂ ਹੁਣ ਤੱਕ ਤਾਂ ਮੈਨੂੰ ਬਹੁਤ ਜਿਹੜਾ ਵਾ ਉਹ ਉਹਨਾਂ ਵੱਲੋਂ ਕਈ ਵਾਰੀ ਸਲਾਹੁੰਦੇ ਵੀ ਆ ਅਤੇ ਕਈ ਵਾਰੀ ਕਹਿੰਦੇ ਆ ਸਰ ਸਾਨੂੰ ਕਿਤਾਬ ਜਿਹੜੀ ਹੈ ਬਹੁਤ ਵਧੀਆ ਲੱਗੀ, ਉਹਦੀਆਂ ਫੋਟੋਆਂ ਵੀ ਖਿੱਚ ਕੇ ਮੈਨੂੰ ਭੇਜਦੇ ਆ, ਪਰ ਮੈਨੂੰ ਲੱਗਦਾ ਉਹ ਬੱਚੇ ਆ, ਮੈਂ ਉਹਨਾਂ ਦਾ ਅਧਿਆਪਕ ਆ, ਉਹ ਤਦ ਵੀ ਉਸਤਤ ਕਰਦੇ ਆ। ਸੋ ਇਹ ਕਾਰਜ ਮੈਨੂੰ ਉਸਤਤ ਲਈ ਨਹੀਂ ਆ, ਮੈਨੂੰ ਲੱਗਦਾ ਸੀਗਾ ਮੈਂ ਇਹਦੇ 'ਚ ਇੱਕ ਕਵਿਤਾ ਲਿਖੀ ਆ ਪੰਜਾਬੀ ਮਾਂ ਬੋਲੀ 'ਤੇ, ਉਹ ਆ ਬੀਬੀ ਮੈਨੂੰ ਦੇ ਦੁਆ ਮੈਨੂੰ ਓਟ ਆਸਰਾ ਤੇਰਾ, ਅੰਮ੍ਰਿਤ ਵੇਲੇ ਰੱਬ ਨਾਲ ਜੋੜੇ ਮਹਿਕਾਂ ਦੇ ਵਿੱਚ ਫੇਰਾ। ਆ ਬੀਬੀ ਤੂੰ ਰੱਬ ਬਣ ਕੇ ਤੱਕ ਧਰਤੀ ਦਾ ਘੇਰਾ, ਸੂਰਜ ਤਾਂ ਚੰਨ ਤੇ ਤਾਰੇ ਵੇਖ ਤੱਕ ਤੂੰ ਮੇਰਾ ਜੇਰਾ। ਮੇਰੀ ਹੋਂਦ 'ਚ ਤੇਰੀ ਰਹਿਮਤ, ਮੇਰੀ ਹੋਂਦ 'ਚ ਤੇਰੀ ਰਹਿਮਤ, ਤੂੰ ਹੀ ਮੇਰਾ ਚਾਅ ਬੀਬੀ, ਬਸ ਆ ਬੀਬੀ ਤੂੰ ਆ ਬੀਬੀ, ਕਲਮ ਦੇ ਵਿੱਚ ਸਮਾ ਬੀਬੀ। ਸੋ ਮੈਨੂੰ ਲੱਗਦਾ ਕਿ ਮੈਂ ਆਪਣੀ ਮਾਂ ਬੋਲੀ ਦੇ ਨਾਲ ਮੇਰਾ ਬਹੁਤ ਜ਼ਿਆਦਾ ਡੂੰਘਾ ਪਿਆਰ ਆ, ਸਾਡੇ ਸਾਰਿਆਂ ਦਾ ਹੀ ਆ, ਜਿਹੜਾ ਵੀ ਪੰਜਾਬ ਦਾ ਇੱਥੋਂ ਦਾ ਜੰਮਪਲ ਜਾਂ ਵਿਦੇਸ਼ਾਂ 'ਚ ਵੀ ਬੈਠੇ ਅਸੀਂ ਪੰਜਾਬੀ ਹਾਂ, ਅਸੀਂ ਆਪਣੀ ਮਾਂ ਬੋਲੀ ਨੂੰ ਮਾਂ ਵਾਂਗ ਹੀ ਸਤਿਕਾਰ ਦਿੰਦੇ ਹਾਂ। ਸੋ ਮੈਂ ਆਪਣੇ ਆਪ ਦੇ ਵਿੱਚ ਇੱਕ ਮਹਿਸੂਸ ਵੀ ਕਰਦਾ ਕਿ ਉਸ ਮਾਂ ਬੋਲੀ ਨੇ ਮੇਰੇ 'ਤੇ ਰਹਿਮਤ ਕੀਤੀ ਆ ਅਤੇ ਮੈਂ ਥੋੜ੍ਹਾ ਜਿਹਾ ਸ਼ਬਦਾਂ ਦਾ ਜੋੜ ਮੇਲਾ ਕਰ ਸਕਿਆ। ਇਹ ਰਹਿਮਤ ਮਾਂ ਬੋਲੀ ਦੀ ਹੈ। ਇੱਕ ਬਹੁਤ ਵਧੀਆ ਤੇ ਜਿਹੜੀ ਸਿਆਣੀ ਗੱਲ ਜਿਹਨੂੰ ਮੈਂ ਇੱਕ ਸੂਝਵਾਨ ਲੇਖਕ ਵੀ ਕਹਿ ਲਵਾਂ, ਕਿਉਂਕਿ ਪੰਜਾਬੀ ਦੇ ਅਧਿਆਪਕ ਨੇ ਸਰ ਡਾਕਟਰ ਅਜੇਪਾਲ ਸਿੰਘ ਜੀ, ਵੇਖੋ ਸਿਰਜਣਾ ਕਰ ਰਹੇ ਆ, ਕਲਮ ਚੁੱਕੀ ਆ। ਇਹ ਮੈਂ ਦਰਸ਼ਕਾਂ ਵਾਸਤੇ ਇਹ ਗੱਲ ਜਿਹੜਾ ਸਟੂਡੈਂਟ ਵਰਗਿਆ ਜਾਂ ਜਿਹੜੇ ਨਵੇਂ ਲੇਖਕ ਨੇ, ਸਿਰਜਣਾ ਕਰਦੀ ਪਈ ਕਲਮ, ਪਰ ਨਾਲ ਉਹ ਕਹਿ ਰਿਹਾ ਕਿ ਆ ਬੀਬੀ ਮਾਂ ਬੋਲੀ ਨੂੰ ਆਵਾਜ਼ ਦੇ ਰਿਹਾ ਕਿ ਮੇਰੇ ਕਲਮਾਂ ਦੇ ਵਿੱਚ ਆ, ਮੇਰੇ ਕਲਮ 'ਚ ਆ, ਔਰ ਲਫ਼ਜ਼ਾਂ ਦੇ ਵਿੱਚ ਜਿਹੜਾ ਹਰਫਾਂ ਦੇ ਵਿੱਚ ਖੇਡ ਮੇਰੇ ਨਾਲ। ਇਹ ਬੜੀ ਵੱਡੀ ਗੱਲ ਆ, ਇਹ ਕੋਈ ਛੋਟੀ ਗੱਲ ਨਹੀਂ ਆ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਅੰਦਰ ਅੱਖਰ ਨੇ, ਡਾਕਟਰ ਸਾਹਿਬ ਨੇ ਬੇਸ਼ੱਕ ਕਿਹਾ ਆ ਕਿ ਅੰਦਰ ਅਜੇ ਹਰਫਾਂ ਦਾ ਅੰਬਾਰ ਲਾਉਣਾ ਬਾਕੀ ਆ, ਪਰ ਮੈਂ ਸਮਝਦਾ ਵਾਂ ਕਿ ਇੱਕ ਸੋਝੀ ਜਿਹੜੀ ਆ ਉਹ ਇਹੀ ਆ ਕਿ ਕਲਮ ਚੁੱਕੀ ਆ ਲਿਖਣ ਦੇ ਉੱਤੇ ਤੇ ਮਾਂ ਬੋਲੀ ਨੂੰ ਆਵਾਜ਼ ਦੇ ਰਿਹਾ ਨਾਲ ਨਾਲ ਕਿ ਆ ਬੀਬੀ ਤੂੰ ਆ ਬੀਬੀ। ਇਹ ਬਹੁਤ ਵੱਡੀ ਗੱਲ ਆ ਡਾਕਟਰ ਸਾਹਿਬ, ਇਹ ਕੋਈ ਛੋਟੀ ਗੱਲ ਨਹੀਂ ਕਿ ਤੁਸੀਂ ਮਾਂ ਬੋਲੀ ਨੂੰ ਫਿਰ ਵੀ ਆਵਾਜ਼ ਦੇ ਰਿਹਾ ਜੇ ਕਿ ਮੇਰੇ ਨਾਲ ਹੀ ਰਹੇ। ਮਾਂ ਬੋਲੀ ਨੂੰ ਆਵਾਜ਼ ਜਾਂ ਕਹਿ ਲਈਏ ਇੱਕ ਤਰਲਾ ਮਿੰਤੀ ਆ ਕਿ ਮਾਂ ਬੋਲੀ, ਵੇਖੋ ਮੈਨੂੰ ਲੱਗਦਾ ਵਾ ਕਿ ਅਸੀਂ ਕਈ ਵਾਰੀ ਕੋਈ ਕਾਰਜ ਕਰਦੇ ਹਾਂ ਪਰ ਉਹਦਾ ਸਬੱਬ ਬਣਦਾ। ਜੇ ਅੱਜ ਅਸੀਂ ਬੈਠੇ ਹਾਂ ਤੇ ਇੱਕ ਸਬੱਬ ਉਸ ਪਰਮਾਤਮਾ ਨੇ, ਉਸ ਖੁਦਾ ਨੇ ਬਣਾਇਆ। ਬਿਲਕੁਲ। ਔਰ ਸਰੋਤਿਆਂ ਦੇ ਸਾਹਮਣੇ ਆਪਾਂ ਆਪਣੀ ਵਿਚਾਰਾਂ ਦੀ ਸਾਂਝ ਉਹਨਾਂ ਸਾਹਮਣੇ ਦੇ ਰਹੇ ਹਾਂ, ਪਰ ਜਿਹੜਾ ਆਸ਼ੀਰਵਾਦ ਆ ਉਹ ਹਮੇਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਉਹ ਤਰਸ ਦੇ ਆਧਾਰ 'ਤੇ ਮੈਨੂੰ ਲੱਗਦਾ ਲਿਖਾ ਲੇ, ਉਹ ਪਰਮਾਤਮਾ ਦਾ ਓਟ ਆਸਰਾ ਹੋ ਜੇ, ਪੰਜਾਬੀ ਮਾਂ ਬੋਲੀ ਤਰਸ ਦੇ ਆਧਾਰ 'ਤੇ ਲਿਖਾ ਲੇ। ਅਤੇ ਜਿੱਦਾਂ ਕੁਝ ਲੋਕ ਇਹਨੂੰ 35 ਵੀ ਕਹਿ ਦਿੰਦੇ ਆ, ਕੁਝ ਪੰਜਾਬੀ ਵੀ ਕਹਿ ਦਿੰਦੇ ਆ, ਅਤੇ ਮੈਂ ਤਾਂ ਆਪਣੀ ਕਿਤਾਬ ਦੇ ਵਿੱਚ ਇਹਨੂੰ ਬੀਬੀ ਦਾ ਹੀ ਜ਼ਿਕਰ ਕੀਤਾ ਕਿ ਮੇਰੀ ਬੀਬੀ ਆ। ਇਹ ਬਹੁਤ ਸਲਾਹੁਣਯੋਗ ਗੱਲ ਆ ਜੀ, ਔਰ ਮੈਂ ਨਤਮਸਤਕ ਹਾਂ ਤੁਹਾਡੀ ਕਲਮ ਨੂੰ ਕਿ ਤੁਸੀਂ ਮਾਂ ਬੋਲੀ ਨੂੰ ਪਿਛਾਂਹ ਨਹੀਂ ਛੱਡਿਆ, ਅੱਗੇ ਕਰਕੇ ਰੱਖਿਆ। ਔਰ ਦੂਜੀ ਗੱਲ ਜੇ ਮੈਂ ਨਾਲ ਹੀ ਕਰਾਂ ਤੇ ਜਿਸ ਤਰ੍ਹਾਂ ਤੁਸੀਂ ਵਿਦਿਆਰਥੀ ਵਰਗ ਤੋਂ ਹੀ ਤੁਹਾਡਾ ਮਾਂ ਬੋਲੀ ਨਾਲ ਪਿਆਰ ਰਿਹਾ, ਹੁਣ ਵੀ ਵਿਦਿਆਰਥੀਆਂ ਨੂੰ ਗਿਆਨ ਵੰਡਦੇ ਹੋ, ਵਿਦਿਆਰਥੀ ਰਹਿ ਕੇ ਸਿੱਖਿਆ, ਆਪ ਬਣ ਕੇ ਅਧਿਆਪਕ, ਤੇ ਹੁਣ ਵਿਦਿਆਰਥੀਆਂ ਨੂੰ ਗਿਆਨ ਵੰਡ ਰਹੇ ਹੋ। ਇਹ ਚੀਜ਼ ਜਿਹੜੀ ਆ
ਬਹੁਤ ਹੀ ਗੁਰੂ ਮਹਾਰਾਜ ਦੀ ਸਵੱਲੀ ਨਜ਼ਰ ਹੋਵੇ ਤੇ ਇੱਥੋਂ ਤੱਕ ਆਉਂਦੀ ਆ ਕਿ ਗਿਆਨ ਲੈ ਕੇ ਗਿਆਨ ਵੰਡਣਾ। ਜਿਹੜੇ ਪੰਜਾਬੀ ਦੇ ਨਾਮਵਰ ਆਪਣੇ ਕਵੀ ਨੇ, ਲੇਖਕ ਨੇ, ਤੁਸੀਂ ਵਿਦਿਆਰਥੀ ਹੋਣ ਤੋਂ ਲੈ ਕੇ ਅਧਿਆਪਕ ਤੱਕ ਦੇ ਸਫ਼ਰ ਤੱਕ ਕਿਹਨੂੰ ਜ਼ਿਆਦਾ ਵਾਚਿਆ ਹੁਣ ਤੱਕ? ਵੇਖੋ, ਜੇ ਜਿੰਨੇ ਵੀ ਕਵੀ, ਵੈਸੇ ਤਾਂ ਮੇਰੇ ਲਈ ਜਿੰਨੀਆਂ ਕਲਮਾਂ, ਜਿੰਨੀਆਂ ਲਿਖਤਾਂ ਸਾਰੀਆਂ ਸਤਿਕਾਰਤ ਨੇ, ਪਰ ਜਦੋਂ ਛੋਟੇ ਹੁੰਦੇ ਸੀ ਨਾ ਤੇ ਕਿਤੇ ਨਾ ਕਿਤੇ ਮੈਨੂੰ ਬੁੱਲੇ ਸ਼ਾਹ ਹੁਣਾਂ ਦਾ ਜ਼ਿਕਰ ਮਿਲਿਆ। ਸਾਡੇ ਇੱਕ ਅਧਿਆਪਕ ਨੇ ਕਲਾਸ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਬੁੱਲੇ ਨੂੰ ਕਿਸੇ ਨੇ ਪੁੱਛਿਆ ਕਿ ਰੱਬ ਦਾ ਕੀ ਪਾਉਣਾ, ਰੱਬ ਕਿੱਦਾਂ ਪਾਉਣਾ, ਤੇ ਬੁੱਲੇ ਸ਼ਾਹ ਕੋ ਕਹਿੰਦੇ ਸੀ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਹਾਂ, ਉਹਨਾਂ ਨੇ ਸੋਚ ਦੀ ਗੱਲ ਕੀਤੀ ਸੀ। ਸੋ ਮੈਨੂੰ ਲੱਗਦਾ ਕਿ ਇਹ ਵੀ ਉਹਨਾਂ ਦੀ ਬਖਸ਼ਿਸ਼, ਅਸੀਂ ਆਸ਼ੀਰਵਾਦ ਹੀ ਕਹਿ ਲਈਏ ਕਿ ਜੇ ਸੋਚ ਨੂੰ ਉੱਧਰੋਂ ਪੁੱਟ ਕੇ ਇੱਧਰ ਲਾਉਣ ਦਾ ਯਤਨ ਥੋੜ੍ਹਾ ਜਿਹਾ ਕੀਤਾ ਤੇ ਅਸੀਂ ਉਸ ਵਿਰਸੇ ਦੇ ਵਿੱਚੋਂ ਆ, ਜਿਸ ਵਿਰਸੇ ਦੇ ਵਿੱਚ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ, ਬਖਸ਼ਿਸ਼ਾਂ ਹੀ ਬਖਸ਼ਿਸ਼ਾਂ, ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਵਾ। ਜੇ ਅਸੀਂ ਭਾਈ ਵੀਰ ਸਿੰਘ ਦੀ ਗੱਲ ਕਰ ਲਈਏ, ਭਾਈ ਵੀਰ ਸਿੰਘ ਵੇਖੋ, ਅਸੀਂ ਵੀ ਉਸ ਧਰਤੀ ਤੋਂ ਆ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਣੀ ਆ, ਪਰ ਉਹਨਾਂ ਨੇ ਕਿੰਨੀ ਸੋਹਣੀ ਗੱਲ ਕੀਤੀ, ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕਦੀ ਲਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਅੱਜ ਵੀ ਜੇ ਭਾਈ ਵੀਰ ਸਿੰਘ ਹੋਣਾ ਦੇ ਸਥਾਨ ਤੋਂ ਗੁਲਾਬ ਦੇ ਫੁੱਲਾਂ ਦੀ ਖੇਤੀ ਹੋ ਕੇ ਦਰਬਾਰ ਸਾਹਿਬ ਜਾਂਦੀ, ਸੋ ਇਹੋ ਜਿਹੇ ਕਵੀਆਂ ਲਈ, ਸਾਡੇ ਲਈ ਤਾਂ ਇਹੋ ਜਿਹੇ ਕਵੀਆਂ ਦੇ ਸ਼ਹਿਰ 'ਚ ਰਹਿਣਾ ਹੀ ਬੜੀ ਵੱਡੀ ਗੱਲ ਆ। ਬਿਲਕੁਲ ਜੀ, ਬਿਲਕੁਲ। ਔਰ ਮੈਨੂੰ ਲੱਗਦਾ ਕਿ ਮੈਨੂੰ ਮਨ ਦੇ ਵਿੱਚ ਇੱਕ ਤ੍ਰਿਸ਼ਨਾ ਵੀ ਹੁੰਦੀ ਹੈ ਉਹਨਾਂ ਦੀਆਂ ਕਵਿਤਾਵਾਂ ਪੜ੍ਹਨ ਦੀ, ਔਰ ਮੈਨੂੰ ਵਧੀਆ ਵੀ ਲੱਗਦਾ ਵਾ ਪੜ੍ਹ ਕੇ। ਬਿਲਕੁਲ ਜੀ, ਇਹ ਗੱਲ ਜਿਹੜੀ ਤੁਸੀਂ ਦੱਸੀ ਆ, ਇਹ ਬੜਾ ਮਾਣ ਤੇ ਫਖਰ ਹੁੰਦਾ ਸਾਨੂੰ ਅੰਮ੍ਰਿਤਸਰ ਦੀ ਧਰਤੀ ਤੇ। ਭਾਈ ਵੀਰ ਸਿੰਘ ਜੀ ਜਦੋਂ ਕਵਿਤਾਵਾਂ ਸਿਰਜਦੇ ਹੀ, ਸਿਰਜਣਾ ਕਰਦੇ ਹੀ, ਉਸ ਜਿੱਥੇ ਉਹ ਬਹਿ ਕੇ ਕਰਦੇ, ਉਹ ਮਿੱਟੀ ਨੂੰ ਹੀ ਮੱਥੇ ਨਾਲ ਲਾਉਣਾ ਬੜੀ ਵੱਡੀ ਗੱਲ ਆ। ਇੱਥੋਂ ਦੇ ਉੱਗੇ ਗੁਲਾਬ, ਗਲਦੌਦੀ, ਰੰਗ ਬਰੰਗੇ ਫੁੱਲ ਜਿਹੜੇ ਆ, ਉਹਨਾਂ ਦੇ ਗੁਲਦਸਤੇ ਬਣਨੇ ਤੇ ਰਾਤ 12 12:30 ਵਜੇ ਭਾਈ ਸਾਹਿਬ ਉੱਠ ਕੇ, ਭਾਈ ਵੀਰ ਸਿੰਘ ਜੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਰਹੇ ਉਹਨਾਂ ਗੁਲਦਸਤਿਆਂ ਦੇ ਨਾਲ। ਔਰ ਅੱਜ ਕਿੰਨੇ ਮਾਣ ਨਾਲ ਕਹਿਣਾ ਪੈ ਰਿਹਾ ਕਿ ਉਹ ਅੱਜ ਵੀ ਪਰੰਪਰਾ ਜਾਰੀ ਆ, ਅੱਜ ਵੀ ਪਰੰਪਰਾ ਜਾਰੀ। ਇਹ ਬਹੁਤ ਮਾਣਮੱਤੀਆਂ ਗੱਲਾਂ ਨੇ। ਔਰ ਡਾਕਟਰ ਅਜੇਪਾਲ ਸਿੰਘ ਜੀ ਨੇ ਭਾਈ ਵੀਰ ਸਿੰਘ ਜੀ ਨੂੰ ਨਤਮਸਤਕ ਹੋ ਕੇ ਬਹੁਤ ਵੱਡਾ ਜਿਹੜਾ ਮਾਣ ਉਹਨਾਂ ਨੂੰ ਦਿੱਤਾ ਵਾ। ਔਰ ਮਾਣ ਕੀ, ਉਹ ਤੇ ਜਿੱਥੇ ਖਲੋ ਜਾਂਦੇ ਸੀ ਉਹ ਧਰਤੀ ਸਨਮਾਨ ਨਾਲ ਭਰ ਜਾਂਦੀ ਸੀ। ਇਹ ਬੜੀਆਂ ਅਹਿਮ ਗੱਲਾਂ ਨੇ। ਤੇ ਜਿਸ ਤਰ੍ਹਾਂ ਇਹ ਤੇ ਆਪਾਂ ਕੀਤੀ ਅੱਗੇ ਵਿਦਿਆਰਥੀ ਵਰਗ ਦੀ ਗੱਲ ਕਿ ਅਜਮਲ ਆਈ ਵਿਦਿਆਰਥੀ ਵਰਗ ਨੇ ਤੇ ਆਮ ਪਾਠਕ ਨੇ ਕੀ ਕਿਹਾ। ਸਾਹਿਤ ਖੇਤਰ ਦੇ ਨਾਲ ਤੁਸੀਂ ਜੁੜੇ ਹੋ, ਨਵੀਂ ਤੋਂ ਨਵੀਂ ਸਿਰਜਣਾ ਜਿਹੜੀ ਉਹ ਹੋਣੀ ਆ। ਜਿਹੜੇ ਤੁਹਾਡੇ ਨਾਲ ਦੇ ਸਹਿਯੋਗੀ ਅਧਿਆਪਕ ਵਰਗ ਜਾਂ ਅਧਿਆਪਕ ਵਰਗ ਦੇ ਨਾਲ ਨਾਲ ਸਾਹਿਤ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਜਿਨ੍ਹਾਂ ਨਾਲ ਤੁਹਾਡਾ ਮੇਲ ਮਿਲਾਪ, ਉਹਨਾਂ ਦਾ ਅਜਮਲ ਪ੍ਰਤੀ ਜਿਹੜਾ ਵਾ ਉਹ ਰਵੱਈਆ ਕਿਸ ਤਰ੍ਹਾਂ ਦਾ ਰਿਹਾ? ਰਵੱਈਆ ਮੈਂ ਸ਼ਬਦ ਤਾਂ ਵਰਤ ਰਿਹਾ ਕਿ ਕਈ ਵਾਰੀ ਜਿਹੜਾ ਹੁੰਦਾ ਹੈ ਕਿ ਯਾਰ ਇੱਕ ਇੰਜ ਨਹੀਂ ਇੰਜ ਹੋਣਾ ਚਾਹੀਦਾ ਸੀ, ਤੇ ਜਾਂ ਅੰਦਰੋਂ ਜਿਹੜੀ ਆ ਦੁਆ ਆ ਅਧਿਆਪਕ ਸਾਥੀਆਂ 'ਚੋਂ ਜਾਂ ਜਿਹੜੇ ਨਾਮਵਰ ਜਿਹੜੇ ਤੁਹਾਡੇ ਕਵੀ ਨੇ, ਸਾਹਿਤਕਾਰ ਨੇ, ਆਪਣੇ ਸਾਹਿਤ ਖੇਤਰ ਨਾਲ ਸੰਬੰਧਿਤ, ਉਹਨਾਂ ਵੱਲੋਂ ਦੁਆ ਕਿਵੇਂ ਦੀ ਮਿਲੀ? ਬਿਲਕੁਲ, ਸਾਹਿਤ ਖੇਤਰ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਸਾਹਿਤ ਲਈ ਕੁਝ ਨਹੀਂ ਕਰ ਸਕਿਆ ਜੀ, ਔਰ ਅਗੇਰੇ ਵੀ ਮੈਨੂੰ ਲੱਗਦਾ ਹੀ ਰਹਿਣਾ, ਕਿਉਂਕਿ ਕਹਿੰਦੇ ਨੇ ਨਾ ਸਿੱਖ ਦੇ ਰਹਿਣਾ ਹੀ ਇੱਕ ਸਿੱਖ ਦਾ ਕਰਮ ਤੇ ਧਰਮ ਵੀ ਆ। ਦੁਆ ਮੈਨੂੰ ਉਹਨਾਂ ਦੇ ਦੋਨਾਂ ਪਹਿਲੂਆਂ ਤੋਂ ਮਿਲੀ। ਜੇ ਅਸੀਂ ਕਿਸੇ ਨੂੰ ਤਰਾਸ਼ਣਾ ਵੀ ਹੋਵੇ, ਤਿੱਖਿਆ ਵੀ ਕਰਨਾ ਹੋਵੇ, ਤੇ ਉਹਨੂੰ ਘੜਨਾ ਵੀ ਪੈਂਦਾ। ਉਹਨਾਂ ਘੜਿਆ ਵੀ, ਹੋਰ ਇਹਦੇ ਤੋਂ ਸੋਹਣਾ ਲਿਖਣ ਲਈ ਵੀ ਕਿਹਾ, ਔਰ ਅਸੀਸ ਇੱਦਾਂ ਦਿੱਤੀ ਕਿ ਮੇਰਾ ਖਿਆਲ ਆ ਕਿ ਸਾਰਿਆਂ ਨੇ ਮੈਨੂੰ ਇੰਨੇ ਚਾਵਾਂ ਦੇ ਨਾਲ ਆਸ਼ੀਰਵਾਦ ਦਿੱਤਾ। ਕੋਈ ਵੀ ਇੱਦਾਂ ਦਾ, ਜਿੰਨੇ ਕੁ ਮੇਰੇ ਸਬੰਧ ਦੇ ਵਿੱਚ ਨੇ, ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਵੀ ਕੀਤਾ, ਹੌਸਲਾ ਅਫਜ਼ਾਈ ਵੀ ਬੜੀ ਕੀਤੀ, ਔਰ ਮੈਨੂੰ ਇਸ ਕਲਮ ਨੂੰ ਜਾਰੀ ਰੱਖਣ ਲਈ ਬਹੁਤ ਵਾਰ ਕਿਹਾ ਵੀ। ਤੇ ਮੈਂ ਉਹਨਾਂ ਨੂੰ ਇਹ ਬੇਨਤੀ ਵੀ ਕੀਤੀ ਕਿ ਤੁਸੀਂ ਸਾਰੇ ਜਾਣੇ ਇੱਦਾਂ ਹੀ ਆਸ਼ੀਰਵਾਦ ਦੇ ਕੇ ਰੱਖਿਓ, ਤਾਂ ਜੋ ਮੈਂ ਕੁਛ ਨਾ ਕੁਛ ਕਦੀ, ਕਹਿੰਦੇ ਨੇ ਸਾਰੀ ਜ਼ਿੰਦਗੀ ਵੀ ਲੱਗ ਜਾਂਦੀ ਆ ਕਈ ਵਾਰ ਸਿੱਖ ਦੇ ਰਹਿਣ ਲਈ,
ਹੋ ਸਕਦਾ ਬੰਦਾ ਅਖੀਰਲੇ ਸਮਿਆਂ ਤੇ ਕੁਝ ਸਿੱਖ ਜੇ। ਸੋ ਮੈਨੂੰ ਲੱਗਦਾ ਉਹਨਾਂ ਸਾਰਿਆਂ ਦਾ ਮੇਰੇ ਤੇ ਆਸ਼ੀਰਵਾਦ ਹੀ ਰਿਹਾ। ਬਹੁਤ ਵਧੀਆ ਗੱਲ। ਤੇ ਜੇ ਕਿਸੇ ਪਾਠਕ ਨੇ ਅਜਮਲ ਮੰਗਵਾਉਣੀ ਹੋਵੇ, ਹਾਂਜੀ, ਉਹ ਕਿਵੇਂ ਮੰਗਵਾ ਸਕਦਾ? ਜੇ ਕਿਸੇ ਪਾਠਕ ਨੇ ਅਜਮਲ, ਇੱਕ ਹਰਮਨ ਮਾਨ ਨੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ, ਉਹ ਮੇਰਾ ਬੱਚਾ ਵੀ ਆ ਔਰ ਖੁਦ ਉਹ ਲਿਖਦਾ ਵੀ ਆ। ਉਹਦਾ ਨੰਬਰ ਮੈਂ ਦਿੱਤਾ ਵਾ ਔਰ ਉਹਦੇ ਨਾਲ ਤਾਲਮੇਲ ਕਰ ਸਕਦੇ ਆ। ਬਾਕੀ ਰਵੀ ਸਾਹਿਤ ਪ੍ਰਕਾਸ਼ਨ ਤੇ ਵੀ ਆ ਔਰ ਆਨਲਾਈਨ ਵੀ ਮੰਗਵਾ ਸਕਦੇ ਆ ਕਿਤਾਬ। ਅੱਛਾ, ਆਨਲਾਈਨ ਵੀ ਮੰਗਵਾ ਸਕਦੇ ਆ? ਆਨਲਾਈਨ ਵੀ ਮੰਗਵਾ ਸਕਦੇ ਆ ਔਰ ਉਹਦਾ ਨੰਬਰ ਅਸੀਂ ਡਿਸਪਲੇ ਕੀਤਾ ਵੀ ਆ। ਤੁਸੀਂ ਸਕਰੀਨ ਤੇ ਵੀ ਥੱਲੇ ਜੇ ਦੇ ਸਕਦੇ ਹੋਏ ਤਾਂ ਦੇ ਦਿਓ। ਹਾਂ, ਸਕਰੀਨ ਤੇ ਜ਼ਰੂਰ ਦੇਵਾਂਗੇ। ਔਰ ਮੈਂ ਖਾਸ ਗੱਲ ਦਰਸ਼ਕਾਂ ਨੂੰ ਦੱਸ ਦਵਾਂ ਕਿ ਡਾਕਟਰ ਅਜੇਪਾਲ ਸਿੰਘ ਜੀ ਦੀ ਇੰਟਰਵਿਊ ਕਰਨ ਸੰਬੰਧੀ ਸਾਡੇ ਫਿਲਮ ਡਾਇਰੈਕਟਰ, ਸ਼ਾਰਟ ਫਿਲਮਾਂ ਦੇ ਡਾਇਰੈਕਟਰ ਨੇ ਔਰ ਵੱਡੀਆਂ ਫਿਲਮਾਂ ਦੇ, ਛੋਟੀਆਂ ਫਿਲਮਾਂ ਦੇ ਅਦਾਕਾਰ ਗੁਰ ਰੰਧਾਵਾ ਜੀ ਖਾਸ ਤੌਰ ਤੇ ਸੋਹੀਆਂ ਕਲਾਂ ਤੋਂ ਇੱਥੇ ਪਹੁੰਚੇ ਆ ਖਾਲਸਾ ਕਾਲਜ। ਅੱਜ ਮੈਂ ਜ਼ਿਕਰ ਕੀਤਾ ਸੀਗਾ ਕਿ ਰੰਧਾਵਾ ਜੀ ਮੈਂ ਡਾਕਟਰ ਅਜੇਪਾਲ ਸਿੰਘ ਜੀ ਦਾ ਇੰਟਰਵਿਊ ਕਰਨਾ ਹੈ, ਤੇ ਰੰਧਾਵਾ ਜੀ ਨੇ ਬੜਾ ਖੁਸ਼ੀ ਨਾਲ ਪ੍ਰਵਾਨ ਕੀਤਾ ਕਿ ਇਹੋ ਜਿਹੀਆਂ ਸ਼ਖਸੀਅਤਾਂ ਦੇ ਦਰਸ਼ਨ ਜਿਹੜੇ ਆ ਉਹ ਜ਼ਰੂਰ ਕਰਨੇ ਚਾਹੀਦੇ ਆ, ਜ਼ਰੂਰ ਹੋਣੇ ਚਾਹੀਦੇ ਆ। ਕਿਉਂਕਿ ਜਿਹੜਾ ਫਿਲਮ ਲਾਈਨ ਨਾਲ ਜੁੜਿਆ ਕੰਮ ਆ ਨਾ ਇਹਨਾਂ ਨੂੰ ਸਾਹਿਤ ਪੜ੍ਹਨ ਦੀ, ਸਾਹਿਤਕਾਰਾਂ ਦੇ ਨੇੜੇ ਖਹਿਣ ਦੀ ਜਿਹੜੀ ਆ ਬੜੀ ਲੋੜ ਆ। ਤੇ ਮੈਂ ਬਹੁਤ ਸਾਰਾ ਸ਼ੁਕਰੀਆ ਕਰਦਾ ਵਾਂ ਰੰਧਾਵਾ ਸਾਹਿਬ ਜੀ ਦਾ ਕਿ ਉਹ ਅੱਜ ਜਿਹੜਾ ਬਹੁਤ ਕੀਮਤੀ ਸਮਾਂ ਜਿਹੜਾ ਵਾ ਦੇ ਰਹੇ ਆ ਔਰ ਡਾਕਟਰ ਸਾਹਿਬ ਨੂੰ ਸਾਹਮਣੇ ਬੈਠੇ ਸੁਣ ਰਹੇ ਆ। ਬੜਾ ਚੰਗਾ ਲੱਗਾ ਵਾ। ਔਰ ਇਹ ਮੇਰੇ ਵਾਸਤੇ ਤੇ ਬੜੀ ਵੱਡੀ ਗੱਲ ਆ ਨਾ ਕਿ ਇੱਕ ਫਿਲਮ ਡਾਇਰੈਕਟਰ ਜਿਹੜੇ ਆ ਉਹ ਡਾਕਟਰ ਸਾਹਿਬ ਨੂੰ ਜਿਹੜਾ ਵਾ ਮਾਣ ਦੇਣ ਪਹੁੰਚੇ ਆ। ਤੇ ਇਹ ਤੁਹਾਡੇ ਲਈ ਵੀ ਆ, ਮੇਰੇ ਲਈ ਵੀ ਬੜੀ ਮਾਣ ਵਾਲੀ ਗੱਲ ਆ ਕਿ ਰੰਧਾਵਾ ਸਾਹਿਬ, ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਵਾ ਔਰ ਤੁਸੀਂ ਉਹਨਾਂ ਦੇ ਅੱਜ ਦਰਸ਼ਨ ਵੀ ਕਰਾਏ ਆ। ਸੋ ਮੈਨੂੰ ਲੱਗਦਾ ਕਿ ਕਈ ਵਾਰੀ ਅਸੀਂ ਕਿਤਾਬਾਂ ਤੋਂ ਸਿੱਖਦੇ ਆ ਤੇ ਕਈ ਵਾਰੀ ਅਸੀਂ ਸੰਗਤ ਕਰਕੇ ਵੀ ਬਹੁਤ ਕੁਝ ਸਿੱਖਦੇ ਆ। ਰਾਮਪੁਰਾ ਸਾਹਿਬ, ਪਤਾ ਨਹੀਂ ਤੁਹਾਨੂੰ ਕਿਹੜੀ ਸੰਗਤ ਨੇ ਕਿਹੜੀ ਲਿਖਤ ਦੇ ਦੇਣੀ ਆ ਤੇ ਕਿਹੜੇ ਸ਼ਬਦਾਂ ਨੇ ਉਹਨੂੰ ਜ਼ਰੀਆ ਬਣ ਕੇ ਉਹ ਬਾਹਰ ਆ ਜਾਣੀ ਆ। ਬਿਲਕੁਲ। ਸੋ ਰੰਧਾਵਾ ਸਾਹਿਬ ਦਾ ਵੀ ਅੱਜ ਬਹੁਤ ਧੰਨਵਾਦ ਆ ਕਿ ਉਹਨਾਂ ਦੇ ਅੱਜ ਤੁਸੀਂ ਦਰਸ਼ਨ ਕਰਾਏ ਮੈਨੂੰ ਵੀ। ਅਜਮਲ ਤੇ ਜਾਂਦਿਆਂ ਜਾਂਦਿਆਂ ਜਿਹੜੀ ਆ ਇੱਕ ਗੱਲ ਹੋਰ ਕਰਨੀ ਆ ਕਿ ਅਜਮਲ ਤੋਂ ਬਾਅਦ ਹੋਰ ਨਵੀਂ ਕੋਈ ਸਿਰਜਣਾ ਜਿਹੜੀ ਤੁਸੀਂ ਕਰੋ ਕੋਈ ਕਿਤਾਬ ਦੇ ਰੂਪ 'ਚ। ਕਈ ਵਾਰੀ ਇਹ ਹੁੰਦਾ ਹੈ ਕਿ ਅਸੀਂ ਜਿਸ ਤਰ੍ਹਾਂ ਮੈਂ 127 ਪੰਨੇ ਜਿਹੜੇ ਆ ਉਹ ਦੇਖੇ, ਕਵਿਤਾਵਾਂ ਵਿੱਚੋਂ ਪੜ੍ਹੀਆਂ ਵੀ, ਕੁਝ ਕਵਿਤਾਵਾਂ ਅਜੇ ਹੋਰ ਪੜ੍ਹਦੀਆਂ ਵਾ। 127 ਪੰਨੇ ਤੇ ਕਵਿਤਾਵਾਂ ਹੈਗੀਆਂ 71 ਕਵਿਤਾਵਾਂ ਨੇ। ਕਈ ਵਾਰੀ ਕੀ ਹੁੰਦਾ ਕਿ ਸਟਾਕ ਰੱਖ ਲੈਂਦੇ ਕਵੀ ਕਿ ਇਹ ਜਿਹੜੀ ਆ ਮਾਰਕੀਟ ਦੇ ਵਿੱਚ ਆਏਗੀ, ਉਹਦਾ ਹੰਗਾਰਾ ਕਿਵੇਂ ਦਾ ਮਿਲਦਾ ਵਾ, ਫਿਰ ਮੁੜ ਕੇ ਦੂਜੀ ਜਿਹੜੀ ਆ ਉਹਨੂੰ ਛੇਤੀ ਦੇਵਾਂਗੇ। ਕਿ ਕੋਈ ਇਹੋ ਜਿਹਾ ਸਟਾਕ ਵੀ ਰੱਖਿਆ ਅੰਦਰ? ਮੈਨੂੰ ਕੋਈ ਇੱਦਾਂ ਦਾ, ਮੈਂ ਇਹਦੇ ਵਿੱਚ ਵੀ ਮੈਂ 300 ਕਵਿਤਾਵਾਂ ਲਿਖੀਆਂ ਸੀਗੀਆਂ, 300 ਦੇ ਕਰੀਬ ਸੀਗੀਆਂ। ਇਹਦਾ ਮਤਲਬ ਸਟਾਕ ਹੈਗਾ ਅਜੇ? ਇਹ ਮੈਂ ਉਹੀ ਤੁਹਾਨੂੰ ਦੱਸ ਰਿਹਾ ਵੀ 300 ਦੇ ਕਰੀਬ ਲਿਖੀਆਂ ਸੀ, ਪਰ ਮੈਨੂੰ 2 ਮਹੀਨੇ ਉਹ ਵਿਸ਼ੇ ਚੁਣਦਿਆਂ ਲੱਗ ਗਏ ਕਿ ਕਿਹੜਾ। ਮੈਨੂੰ ਸੀਗਾ ਕਿ ਇਹਦੇ ਵਿੱਚ ਧੀ ਦੀ ਗੱਲ ਵੀ ਹੋ ਜੇ, ਇੱਕ ਬਾਪ ਦੀ ਗੱਲ ਹੋਈ ਆ, ਇਹਦੇ ਵਿੱਚ 10-12 ਗੀਤ ਆ। ਇੱਕ ਗੀਤ ਆ ਬਾਪੂ ਤੂੰ ਅੰਬਰ ਵਰਗਾ, ਪਰਬਤ ਜਿਹਾ ਜੇਰਾ ਏ, ਰੋਬ ਤੇਰਾ ਦੁਨੀਆ ਚੱਲੇ, ਮੁਹੱਬਤੀ ਬਥੇਰਾ ਏ। ਇੱਕ ਗੀਤ ਸਾਡੇ ਸਾਹਿਤਕਾਰਾਂ ਦਾ ਵੀ ਸੀਗਾ ਹੈ ਨਾ ਕਿ ਰੱਖਦੇ ਮਹਾਨ ਕੁਛ ਹਿੱਕ ਨਾਲ ਲਾ ਕੇ ਵੇ, ਨਾਨਕ ਦੇ ਨਾਵਲ ਰੱਖੇ ਨੇ ਸਜਾ ਕੇ ਵੇ, ਕਿਤੇ ਬੈਠਾ ਸ਼ਿਵ ਬੈਠਾ ਕਿਤੇ ਹੌਲੀ ਹੌਲੀ ਗੀਤ ਗਾਵੇ, ਪਾਸ਼ ਬੈਠਾ ਮਹਿਫਲ ਕ੍ਰਾਂਤੀ ਦੀ ਸਜਾਵੇ, ਕੱਲਾ ਕੱਲਾ ਬੋਲੇ ਉਹਦਾ ਮੱਚਦਾ, ਕਲਮ ਦੇ ਨਾਲ ਤੇਰੀ ਯਾਰੀ ਵੇ, ਯਾਰੀ ਵਿੱਚ ਰਵੇਂ ਨਿੱਤ ਵਸਦਾ। ਇੱਕ ਇਹਦੇ ਵਿੱਚ ਹੋਰ ਗੀਤ ਆ ਭੈਣ ਦਾ ਪਿਆਰ ਆ। ਭੈਣ ਕਹਿ ਰਹੀ ਮੇਰੀ ਅਮੜੀ ਦੇ ਅੱਜ ਆਇਆ, ਤੈਨੂੰ ਲੱਗਣ ਦੁਆਵਾਂ ਮੇਰੀਆਂ, ਅਰਦਾਸਾਂ ਕਰਦੀ ਤੇਰੀਆਂ, ਮੇਰੀ ਅਮੜੀ ਦੇ ਅੱਜ ਆਇਆ, ਤੈਨੂੰ ਲੱਗਣ ਦੁਆਵਾਂ ਮੇਰੀਆਂ। ਗੁੱਟ ਤੇ ਰੱਖੜੀ ਸਜਾਵਾਂ ਮੈਂ, ਨਾਨਕ ਨੂੰ ਧਿਆਵਾਂ ਮੈਂ, ਕੁੱਲ ਦੁਨੀਆ ਦੇ ਰੰਗ ਵੀਰਾ ਤੇਰੀ ਝੋਲੀ ਪਾਵਾਂ ਮੈਂ। ਇੱਦਾਂ ਕਰਕੇ ਮੈਨੂੰ ਜਦੋਂ ਮੈਂ ਇਹਨਾਂ ਦੀ ਚੋਣ ਕੀਤੀ ਸੀਗੀ, ਮਾਂ ਹੈ ਨਾ ਬਹੁਤ ਵੱਡਾ ਰਿਸ਼ਤਾ ਵਾ, ਪ੍ਰਕਿਰਤੀ, ਫੁੱਲ ਬੂਟੇ। ਮੇਰਾ ਇੱਕ ਵਿਦਿਆਰਥੀ ਸੀਗਾ ਰਾਮਪੁਰਾ ਸਾਹਿਬ, ਉਹਨੇ ਮੈਨੂੰ ਇੱਕ ਵਾਰੀ ਸਵਾਲ ਕੀਤਾ, ਕਹਿੰਦੇ ਜੀ ਕਵੀ ਜ਼ਿਆਦਾਤਰ ਮੁਹੱਬਤ 'ਤੇ ਲਿਖਦੇ। ਬਿਲਕੁਲ। ਤੇ ਤੁਹਾਡੀਆਂ ਕਵਿਤਾਵਾਂ ਦੇ ਵਿੱਚ ਮੁਹੱਬਤ ਵੀ ਆ, ਪਰ ਹੋਰ ਵਿਸ਼ੇ ਬਹੁਤ ਜ਼ਿਆਦਾ। ਵਿਸ਼ੇ ਬਹੁਤ, ਮੈਂ ਤਾਂ ਸ਼ੁਰੂ 'ਚ ਗੱਲ ਇੱਕ ਕੀਤੀ ਸੀਗੀ ਕਿ ਇਹਦੇ 'ਚ ਵਿਸ਼ੇ ਬਹੁਤ ਨੇ। ਹਾਂ,
ਮਹਾਰਾਜਾ ਰਣਜੀਤ ਸਿੰਘ ਦੀ ਗੱਲ ਵੀ ਇਹਦੇ 'ਚ ਜ਼ਿਕਰ ਹੋਇਆ। ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ ਦਾ ਰਾਜ ਸੀਗਾ, ਮੈਨੂੰ ਲੱਗਦਾ ਖਾਲਸਾ ਰਾਜ ਬਹੁਤ ਵਧੀਆ ਸੀਗਾ। ਜਦੋਂ ਮੈਂ ਸਟਾਰਟਿੰਗ ਤੇ 2 ਪੰਨੇ ਲਿਖੇ, ਉਹਦੇ 'ਚ ਮਹਾਰਾਜਾ ਸਾਹਿਬ ਦੇ ਵੀ ਜ਼ਿਕਰ ਹੋਇਆ, ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਹੋਇਆ ਜਿਨ੍ਹਾਂ ਨੇ ਖੰਡਾ ਚਲਾਇਆ ਔਰ ਬੰਦਗੀ ਕੀਤੀ। ਇਹਦੇ ਵਿੱਚ ਉਹਨਾਂ ਦਾ ਜ਼ਿਕਰ ਹੋਇਆ, ਹਰੀ ਸਿੰਘ ਨਲਵਾ ਹੋਣਾ ਦਾ, ਜਿਨ੍ਹਾਂ ਨੇ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾ ਕੇ ਕਵਿਤਾਵਾਂ ਦੇ ਜ਼ਰੀਏ ਇਹ ਸਾਰਾ ਹੋਇਆ। ਸੋ ਜਦੋਂ ਇਹਦੀ ਚੋਣ ਕੀਤੀ, ਮੈਨੂੰ ਲੱਗਦਾ ਕਿ ਉਹ ਵਿਸ਼ੇ ਸਾਰੇ ਜਿਹਦੇ ਵਿੱਚ ਮੈਂ ਗਦਗਦ ਆ ਉਹ ਦੇ ਦੇਵਾਂ। ਆਉਣ ਵਾਲੇ ਸਮੇਂ ਦੇ ਵਿੱਚ ਰਾਮਪੁਰਾ ਸਾਹਿਬ ਮੈਨੂੰ ਲੱਗਦਾ ਕਿ ਲਿਖਦੇ ਰਹਿਣਾ ਚਾਹੀਦਾ। ਪਰਮਾਤਮਾ ਨੇ ਜਦੋਂ ਸਬੱਬ ਬਣਾਇਆ, ਉਹਦਾ ਜਦੋਂ ਓਟ ਆਸਰਾ ਹੋਇਆ, ਜਿੱਦਾਂ ਉਹਨਾਂ ਨੇ ਅਜਮਲ ਦੇ ਦਿੱਤੀ, ਜਦੋਂ ਪਰਮਾਤਮਾ ਨੇ ਨਿਸ਼ਚੈ ਕਰ ਲਿਆ, ਜਿੱਦਾਂ ਉਹਨਾਂ ਨੇ ਆਸ਼ੀਰਵਾਦ ਦੇ ਦਿੱਤਾ, ਉੱਦਾਂ ਆਉਣ ਵਾਲੇ ਸਮੇਂ ਦੇ ਬਾਰੇ ਆਪਾਂ ਜ਼ਿਕਰ ਕੀ ਕਰ ਸਕਦੇ ਹਾਂ। ਮੈਨੂੰ ਲੱਗਦਾ ਉਹਨਾਂ ਦੀ ਆਸ਼ੀਰਵਾਦ ਹੀ ਆ, ਜਦੋਂ ਹੋ ਗਿਆ ਹੋ ਗਿਆ। ਵੈਸੇ ਕਈ ਵਾਰੀ ਜਿਹੜਾ ਨਾ ਉਹ ਹੁੰਦਾ ਹੈ, ਮਨ ਦੀ ਤਾਂਘ ਹੁੰਦੀ ਆ, ਮੇਰੀ ਵੀ ਤਾਂਘ ਆ, ਮੈਂ ਆਪਣੀ ਤਾਂਘ ਦੀ ਵੀ ਗੱਲ ਕਰਦੇ ਆ, ਜਿਹੜੇ ਪਾਠਕਾਂ ਨੇ ਵੇਖਣਾ ਇਹਨੂੰ ਮੁੜ ਕੇ ਉਹਨਾਂ ਦੀ ਤਾਂਘ ਵੀ ਹੋਣੀ ਆ ਕਿ ਡਾਕਟਰ ਸਾਹਿਬ ਜਿਹੜਾ 6 ਮਹੀਨੇ ਦਾ ਸਮਾਂ ਲੈਣਗੇ ਕਿ ਸਾਲ ਦਾ ਸਮਾਂ ਲੈਣਗੇ। ਮੈਂ ਨਾ ਗੁਰੂ ਸਾਹਿਬ ਦਾ ਬਹੁਤ ਪਾਸ਼ਕ ਜੀ। ਮੈਂ ਗੁਰੂ ਨਾਨਕ ਸਾਹਿਬ ਦਾ ਜਿੱਦਾਂ ਕਹਿ ਲਈਏ, ਆਪਾਂ ਸਾਰੇ ਹੀ ਹਾਂ ਬਿਲਕੁਲ ਗੁਰੂ ਸਾਹਿਬਾਨਾਂ ਦੇ, ਗੁਰੂ ਨਾਨਕ ਸਾਹਿਬ ਦੇ, ਪੰਜਾਬ ਦੀ ਧਰਤੀ ਦੇ, ਪੰਜਾਬੀਅਤ ਦੇ। ਜੇ ਪੰਜਾਬ ਦੀ ਭੂਗੋਲਿਕ ਧਰਤੀ ਜਿਹੜੀ ਆ, ਇਹ ਖੁਦ ਇੱਕ ਅਜਮਲ ਆ। ਜਿਹੜਾ ਵੀ ਇਸ ਧਰਤੀ ਦਾ ਆਨੰਦ ਮਾਣਦਾ, ਉਹਦੀਆਂ ਨਜ਼ਰਾਂ ਅਸ਼ ਕਰ ਉੱਠਦੀਆਂ। ਸੋ ਮੈਨੂੰ ਲੱਗਦਾ ਕਿ ਜਿੱਦਾਂ ਜਿੱਦਾਂ ਵਿਚਾਰਾਂ ਦੀ ਸਾਂਝ ਅੰਦਰ ਜਾਂਦੀ ਰਹੀ, ਜਿੱਦਾਂ ਜਿੱਦਾਂ ਸੰਗਤ ਵੱਧਦੀ ਰਹੀ, ਕਿਤਾਬਾਂ ਦੀ ਸੰਗਤ ਲਾ ਲਓ, ਜਿੱਦਾਂ ਜਿੱਦਾਂ ਵਿਸ਼ਿਆਂ ਦੀ ਚੋਣ ਹੁੰਦੀ ਗਈ, ਜਿੱਦਾਂ ਜਿੱਦਾਂ ਲਿਖਤਾਂ ਲਿਖੀਆਂ ਗਈਆਂ, ਜਿੱਦਾਂ ਜਿੱਦਾਂ ਗੁਰੂ ਸਾਹਿਬਾਨ ਨੇ ਸਮਾਂ ਲੈਣ ਦਾ, ਉਦੋਂ ਜ਼ਰੂਰ ਹੋਰ ਵੀ ਕੁਝ ਨਵਾਂ ਕਰਨ ਦੀ, ਕੁਝ ਨਵਾਂ ਸਿੱਖਣ ਦੀ। ਔਰ ਮਾਂ ਬੋਲੀ ਦਾ ਅਸੀਂ ਤਾਂ ਨਹੀਂ ਕਰ ਸਕਦੇ, ਮੈਂ ਕੌਣ ਹੁੰਨਾ ਮਾਂ ਬੋਲੀ ਦੀ ਸੇਵਾ ਕਰਨ ਵਾਲਾ, ਇੱਕ ਨਿੱਕਾ ਜਿਹਾ ਤਿਣਕਾ, ਉਸ ਮਾਂ ਬੋਲੀ ਦੀ ਕਿੱਦਾਂ ਸੇਵਾ ਕਰ ਸਕਦਾ। ਮੈਂ ਤਾਂ ਸਿਰਫ ਇਹੀ ਕਹਿ ਸਕਦਾ ਕਿ ਮੇਰੇ ਤੇ ਆਸ਼ੀਰਵਾਦ ਬਣਾਈ ਰੱਖੇ ਮਾਂ ਬੋਲੀ, ਤੇ ਮੈਂ ਕੁਝ ਲਿਖਦਾ ਰਹਾਂ। ਅਜਮਲ ਦੀ ਜਿਹੜੀ ਗੱਲ ਕਰੀਏ ਤੇ ਅਜਮਲ ਪੁਸਤਕ ਦਾ ਨਾਮ ਆ, ਮੈਂ ਬੜੇ ਨੂੰ ਨੀਝ ਨਾ ਪੜਿਆ ਅਜਮਲ ਨੂੰ। ਅਜਮਲ ਜਦੋਂ ਲਿਖਦੇ ਪਏ ਨੇ ਡਾਕਟਰ ਸਾਹਿਬ ਅਜਮਲ, ਤੇ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਜੇ ਪਾਸਾ ਨਾ ਵੱਟ ਕੇ ਗੱਲ ਕਰਾਂ ਜਾਂ ਕੋਈ ਸਿੱਧੀ ਤੇ ਸਪਸ਼ਟ ਗੱਲ ਕਰਾਂ, ਤੇ ਜਿਸ ਤਰ੍ਹਾਂ ਆਰਤੀ ਕਰੀਦੀ ਆ ਨਾ, ਜਿਸ ਤਰ੍ਹਾਂ ਕਈ ਆਰਤੀ ਦਰਜ ਹੁੰਦੀ ਆ ਕਿਤਾਬਾਂ ਦੇ ਵਿੱਚ, ਜਾਂ ਅਰਦਾਸ ਕਰੀਦੀ ਆ ਗੁਰੂ ਮਹਾਰਾਜ ਅੱਗੇ, ਇਹਨਾਂ ਨੇ ਅਜਮਲ ਨੂੰ ਉਸ ਢੰਗ ਦੇ ਨਾਲ, ਮੇਰਾ ਜੋ ਮੰਨਣਾ ਵਾ ਕਿ ਅਜਮਲ ਨੂੰ ਉਸ ਢੰਗ ਨਾਲ ਪੇਸ਼ ਕੀਤਾ ਵਾ, ਇੱਕ ਅਲੱਗ ਰੂਪ ਦਿੱਤਾ ਵਾ ਕਿ ਜਿਸ ਤਰ੍ਹਾਂ ਅਸੀਂ ਕਿਸੇ ਚੀਜ਼ ਦੀ ਅਰਦਾਸ ਕਰਦੇ ਹਾਂ, ਕਿਸੇ ਆਰਤੀ ਕਰਦੇ ਹਾਂ, ਔਰ ਬੜਾ ਹੀ ਸੋਹਣਾ ਜਿਹੜਾ ਇਹਨਾਂ ਨੇ ਘੁਮਾ ਕੇ ਜਿਹੜਾ ਅਜਮਲ ਨੂੰ ਪੇਸ਼ ਕੀਤਾ ਵਾ, ਔਰ ਬੜੀ ਸਿਫਤ ਜਿਹੜੀ ਕੀਤੀ ਆ ਹਰ ਇੱਕ। ਮੈਂ ਕਹਾਂਗਾ ਡਾਕਟਰ ਸਾਹਿਬ ਨੂੰ ਕਿ ਉਹਦੀਆਂ 2-4 ਲਾਈਨਾਂ ਜਿਹੜੀਆਂ ਵਾ ਅਜਮਲ ਜਿਸ ਤਰ੍ਹਾਂ ਤੁਸੀਂ ਸ਼ੁਰੂਆਤੀ 'ਚ ਪੇਸ਼ ਕੀਤੀ ਆ। ਅਜਮਲ ਜਦੋਂ ਅਸੀਂ ਇਹਦਾ ਬੈਠ ਕੇ ਨਾਮ ਇਹਦਾ ਹੋ ਗਿਆ ਕਿ ਅਜਮਲ ਦੇਣਾ ਵਾ, ਉਹਦੇ ਤੋਂ ਬਾਅਦ ਫਿਰ ਲਿਖਿਆ ਇੱਕ ਗੀਤ ਹੈ, ਫੁੱਲਾਂ ਦੇ ਰੰਗ ਅਜਮਲ, ਮਿੱਠੀ ਮਿੱਠੀ ਸੰਗ ਅਜਮਲ, ਬਾਬੇ ਦੀ ਰਬਾਬ ਅਜਮਲ, ਬੇਬੇ ਦਾ ਸਾਗ ਅਜਮਲ, ਗਰਾਰੀ ਦਾ ਰਾਗ ਅਜਮਲ, ਲੱਗੀ ਜੋ ਲਾਗ ਅਜਮਲ, ਬਗੀਚਾ ਤੇ ਬਾਗ ਅਜਮਲ। ਵਾਹ, ਸਾਰਾ ਕੁਝ ਮੈਨੂੰ ਲੱਗਦਾ ਉਸ ਬਾਬੇ ਦੀ ਰਬਾਬ ਆ ਸਾਡੇ ਲਈ, ਸਾਰਾ ਕੁਝ ਅਜਮਲ। ਜਿੱਦਾਂ ਮੈਂ ਕਿਹਾ ਕਿ ਅਜਮਲ ਦਾ ਅਰਥ ਬਹੁਤ ਸੋਹਣਾ। ਸੋ ਮੈਨੂੰ ਪੰਜਾਬ ਦੀ ਭੂਗੋਲਿਕ ਧਰਤੀ ਦਾ ਹਰ ਆਨੰਦ, ਹਰ ਰੰਗ, ਹਰ ਉਸ ਅਗਵਾਈਕਾਰ ਜਿਹੜਾ ਪੰਜਾਬ ਦੇ ਵਿੱਚ ਸਰਮੌਰ ਰਹੇ, ਉਹ ਸਾਰੇ ਅਜਮਲ ਹੀ ਆ। ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਇਹਦੇ ਵਿੱਚ ਸਮਾਉਣ ਦੀ। ਬਹੁਤ ਵਧੀਆ ਲੱਗਾ ਮੈਨੂੰ ਪੜ੍ਹ ਕੇ, ਕਿਉਂਕਿ ਇੱਕ ਬੰਨੇ ਬਾਬੇ ਨਾਨਕ ਦਾ ਉਸੇ ਹੀ ਅੱਖਰਾਂ ਦੇ ਵਿੱਚ ਜ਼ਿਕਰ ਆ ਰਿਹਾ, ਉਸੇ ਹੀ ਰੱਬ ਦਾ ਜ਼ਿਕਰ ਆ ਰਿਹਾ, ਤੇ ਉਸੇ ਹੀ ਲਾਈਨਾਂ ਦੇ ਅਗਲੇ ਬੰਨੇ ਜਿਹੜਾ ਵਾ ਮਾਂ ਦਾ ਜ਼ਿਕਰ ਆ ਰਿਹਾ, ਮਾਂ ਦੇ ਹੱਥਾਂ ਦੇ ਬਣੇ ਸਾਗ ਦਾ ਜ਼ਿਕਰ ਆ ਰਿਹਾ। ਕਹਿਣ ਦੀਆਂ ਗੱਲਾਂ ਕਿ ਮਾਂ ਤੇ ਰੱਬ ਇੱਕ ਬਰਾਬਰ, ਪਰ ਇਹ ਲਿਖਣ ਦੀ ਗੱਲ ਹੋ ਗਈ। ਲਿਖਦਿਆਂ ਹੀ ਬਾਬਾ ਨਾਨਕ ਜੀ ਆ ਰਿਹਾ, ਤੇ ਲਿਖਦਿਆਂ ਹੀ ਉਹਨਾਂ ਲਾਈਨਾਂ ਦੇ ਵਿੱਚ ਹੀ ਮਾਂ ਆ ਰਹੀ ਆ। ਇਹ ਦੋਵਾਂ ਚੀਜ਼ਾਂ ਦਾ ਸੁਮੇਲ ਜਿਹੜਾ ਵਾ ਅਜਮਲ, ਕਿਆ ਬਾਤਾਂ ਨੇ। ਮੈਂ ਤੇ ਆਪ ਪੜ੍ਹ ਕੇ ਬੜਾ ਖੁਸ਼ ਹਾਂ। ਔਰ ਕੁਛ ਜਿਹੜੀਆਂ ਕਵਿਤਾਵਾਂ ਨੇ ਉਹ ਅਜੇ ਰਹਿੰਦੀਆਂ ਵੀਆਂ ਪੜ੍ਹਨ ਵਾਲੀਆਂ, ਉਹਨਾਂ ਨੂੰ ਪੜ੍ਹ ਕੇ ਵੀ ਜ਼ਿਕਰ ਕਰਨਾ ਵਾ। ਫਿਰ ਡਾਕਟਰ ਸਾਹਿਬ ਨਾਲ ਵਾਅਦਾ ਕਰਾਂਗੇ ਕਿ ਜਲਦੀ ਇਹਨਾਂ ਦੇ ਨਾਲ ਜਿਹੜੀ ਆ ਅਗਲੀ ਮੁਲਾਕਾਤ ਹੋਵੇ, ਤੇ ਇਜਾਜ਼ਤ ਲੈਂਦੇ ਹਾਂ ਹੁਣ।
ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਧੰਨਵਾਦ ਤੁਸੀਂ ਰਾਮਪੁਰਾ time ਸਾਹਿਬ ਤੁਹਾਡਾ ਵੀ ਦਿੱਤਾ ਸਾਨੂੰ। ਤੇ ਰੰਧਾਵਾ ਸਾਹਿਬ ਤੁਹਾਡਾ ਵੀ ਬਹੁਤ ਬਿਲਕੁਲ ਜੀ, ਰੰਧਾਵਾ ਜੀ ਦਾ ਖਾਸ ਕਰਕੇ ਧੰਨਵਾਦ ਕੀ ਹੈ, ਆਪਾਂ ਨੂੰ ਨੇੜਿਓਂ ਕੇ ਕਵਰ ਕਰ ਰਹੇ ਆ ਔਰ ਹਮੇਸ਼ਾ ਰਹਿਣੀ ਰਵਾਂਗੇ ਰੰਧਾਵਾ ਸਾਹਿਬ ਜੀ ਦੇ। ਧੰਨਵਾਦ ਜੀ।